ਤੇ ਮਈ ਦੇ ਮਹੀਨੇ ਦਾ ਮਤਲਬ ਹੁੰਦਾ ਕਿ ਕੈਨੇਡਾ ਦੇ ਵਿੱਚ ਬਹੁਤ ਸਾਰੇ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਜਹਾਜ਼ਾਂ ਰਾਹੀਂ ਪੁੱਜਣਾ। ਅਸੀਂ ਆਸਟ੍ਰੇਲੀਆ 'ਚ 15-20 ਸਾਲ ਪਿੱਛੇ ਆ, ਉੱਥੇ ਜਿਹੜਾ ਕੁਝ ਇੱਥੇ ਅੱਜ ਆ ਜੀ ਉੱਥੇ 15-20 ਸਾਲ ਬਾਅਦ ਹੋ ਜਾਂਦਾ। ਜਿਹੜੇ ਕੰਮ ਸਟੂਡੈਂਟ ਕਰਦੇ ਨੇ ਉਹ ਸਾਰੇ ਹੀ ਕੀਤੇ। ਟੈਕਸੀ ਵੀ ਚਲਾਈ ਹੈ ਉੱਥੇ 3-4 ਮਹੀਨੇ ਜੀ, ਸਿਕਿਉਰਿਟੀ ਵੀ ਕੀਤੀ ਹੈ, ਇੰਡਸਟਰੀਅਲ ਕਲੀਨਿੰਗ ਵੀ ਕੀਤੀ ਹੈ। ਮੈਨੂੰ ਲੱਗਦਾ ਕੈਨੇਡਾ ਦੇ ਵਿੱਚ ਥੋੜੀ ਜਿਹੀ ਆਸਟ੍ਰੇਲੀਆ ਨਾਲੋਂ ਈਜ਼ੀ ਕਹਿ ਸਕਦੇ। ਮੈਂ ਸਾਰੇ ਸਟੂਡੈਂਟਸ ਨੂੰ ਦੱਸਣਾ ਚਾਹੁੰਦਾ ਜੀ ਵੀ ਜਿਹੜੀ ਲਰਨਿੰਗ ਆ ਨਾ ਤੁਹਾਡੀ ਉਹ ਕਦੇ ਬੰਦ ਨਹੀਂ ਹੋਣੀ ਚਾਹੀਦੀ। ਵੀ ਇਹ ਵੀ ਉੱਥੋਂ ਹੀ ਆਇਆ ਜਿਹਨੇ ਵੱਡੀ ਏ ਤੇ ਛੋਟੀ ਏ 6ਵੀਂ 'ਚ ਸਿੱਖੀ। ਮਤਲਬ ਇਹ ਕਹਿ ਲਓ ਜੀ 8ਵੀਂ ਦੇ ਵਿੱਚ ਤੱਪੜ ਵੀ ਨਹੀਂ ਚੱਲਦਾ। ਇਹ ਨਹੀਂ ਹੈਗਾ ਵੀ ਜਿਹੜੀ ਚੀਜ਼ ਸੰਭਵ ਆ ਉਹ ਕੋਈ ਪਿੰਡ ਦਾ ਬੱਚਾ ਨਹੀਂ ਕਰ ਸਕਦਾ। ਠੀਕ ਹੈ, ਜੇ ਤੁਸੀਂ ਟਾਈਮ ਟੇਬਲ ਸੈੱਟ ਕਰ ਲਿਆ ਜੀ ਫਿਰ ਕੁਝ ਵੀ ਕਰ ਲਓ। ਮੇਰੇ ਘਰ ਦੇ ਹਾਲਾਤ ਇਦਾਂ ਦੇ ਸੀ, ਮੈਨੂੰ ਇਹ ਕਰਨਾ ਪੈਂਦਾ ਸੀ ਜੀ। ਮਤਲਬ ਇਹਦੇ ਵਿੱਚ ਕੋਈ ਹੱਦ ਨਹੀਂ, ਮੈਂ ਘਰੇ ਪੋਚੇ ਵੀ ਲਾਏ। ਕਿਸੇ ਨੇ ਤੁਹਾਨੂੰ ਚਾਹ ਬਣਾ ਕੇ ਨਹੀਂ ਦੇਣੀ, ਕਿਸੇ ਨੇ ਤੁਹਾਡੇ ਕੱਪੜੇ ਨਹੀਂ ਧੋਣੇ, ਕਿਸੇ ਨੇ ਤੁਹਾਡੀ ਫਾਈਨੈਂਸ਼ੀਅਲ ਪਲੈਨਿੰਗ ਨਹੀਂ ਕਰਨੀ ਜੀ। ਜੇ ਆਪਣੇ ਇੰਟਰਸਟ ਦਾ ਕੋਰਸ ਲੈਣੇ ਹੋ ਉਹ ਤੁਹਾਡੀ ਬੈਕਗ੍ਰਾਉਂਡ ਦੇ ਨਾਲ ਮੈਚ ਕਰਨਾ ਚਾਹੀਦਾ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਮੈਂ ਪਰਮਵੀਰ ਸਿੰਘ ਬਾਠ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ। ਮਹੀਨਾ ਮਈ ਦਾ ਆਉਣ ਵਾਲਾ ਤੇ ਮਈ ਦੇ ਮਹੀਨੇ ਦਾ ਮਤਲਬ ਹੁੰਦਾ ਕਿ ਕੈਨੇਡਾ ਦੇ ਵਿੱਚ ਬਹੁਤ ਸਾਰੇ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਜਹਾਜ਼ਾਂ ਰਾਹੀਂ ਪੁੱਜਣਾ, ਇੱਥੋਂ ਦੀ ਧਰਤੀ ਤੇ ਕਦਮ ਰੱਖਣਾ। ਨਵੀਂ ਧਰਤੀ, ਨਵੀਆਂ ਸੰਭਾਵਨਾਵਾਂ, ਨਵੀਆਂ ਚੁਣੌਤੀਆਂ। ਜਿਵੇਂ ਵਿਦਿਆਰਥੀ ਕੈਨੇਡਾ 'ਚ ਆਉਂਦੇ ਆ ਉਸੇ ਤਰੀਕੇ ਯੂਕੇ 'ਚ ਜਾਂਦੇ ਆ, ਆਸਟ੍ਰੇਲੀਆ, ਨਿਊਜ਼ੀਲੈਂਡ ਜਾਂਦੇ ਆ ਤੇ ਬਹੁਤ ਸਾਰੀਆਂ ਚੁਣੌਤੀਆਂ ਹੁੰਦੀਆਂ। ਪਹਿਲਾਂ ਵੀਜ਼ਾ ਲਵਾਉਣ ਦੀਆਂ, ਵੀਜ਼ਾ ਲੱਗਣ ਤੋਂ ਬਾਅਦ ਇੱਥੇ ਤੱਕ ਅਪੜਨ ਦੀਆਂ ਤੇ ਇੱਥੇ ਅਪੜ ਕੇ ਫਿਰ ਇੱਥੋਂ ਦੇ ਸਿਸਟਮ ਦੇ ਵਿੱਚ ਆਪਣੇ ਆਪ ਨੂੰ ਐਡਜਸਟ ਕਰਨ ਦੀਆਂ। ਅੱਜ ਸਾਡੇ ਨਾਲ ਨਵਜੋਤ ਸਿੰਘ ਕੈਲੇ ਹੋਰੀ ਜੁੜੇ ਹੋਏ ਨੇ, ਰਹਿੰਦੇ ਆਸਟ੍ਰੇਲੀਆ ਨੇ, ਕੈਨੇਡਾ ਆਏ ਹੋਏ ਨੇ ਤੇ ਭਾਰਤ, ਆਸਟ੍ਰੇਲੀਆ, ਕੈਨੇਡਾ ਦੀ ਇੱਕ ਜਿਹੜੀ ਉਹ ਤ੍ਰਿਕੋਣ ਜੀ ਆਪਾਂ ਬਣਾ ਕੇ ਅੱਜ ਉਹ ਸਾਰੀਆਂ ਗੱਲਾਂ ਕਿ ਜਦੋਂ ਅੰਤਰਰਾਸ਼ਟਰੀ ਵਿਦਿਆਰਥੀ ਕਿਸੇ ਦੇਸ਼ ਵੱਲ ਨੂੰ ਤੁਰਦੇ ਨੇ ਪੜ੍ਹਾਈ ਕਰਨ ਦੇ ਲਈ ਤਾਂ ਚੁਣੌਤੀਆਂ, ਸੰਭਾਵਨਾਵਾਂ ਤੇ ਉਹਦੇ ਵਿੱਚ ਵਿਦਿਆਰਥੀ ਦੀ, ਉਹਨਾਂ ਦੇ ਮਾਪਿਆਂ ਦੀ, ਸਾਡੀ ਆਲੇ ਦੁਆਲੇ ਵਾਲਿਆਂ ਦੀ ਤਿਆਰੀ ਕਿਹੋ ਜਿਹੀ ਹੋਣੀ ਚਾਹੀਦੀ ਹੈ ਤੇ ਕਿਹੋ ਜਿਹੀ ਹੁੰਦੀ ਹੈ, ਸਾਰੀਆਂ ਗੱਲਾਂ ਕਰਦੇ ਹਾਂ। ਨਵਜੋਤ ਭਾਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ ਤੇ ਪ੍ਰਾਈਮ ਏਸ਼ੀਆ ਦੇਖਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਪਿਆਰ। ਪਹਿਲਾਂ ਐਂ ਦੱਸੋ ਕਿਵੇਂ ਲੱਗਾ ਜੀ ਕੈਨੇਡਾ? ਵੈਸੇ ਤੁਸੀਂ ਪਹਿਲਾਂ ਵੀ ਆਏ ਹੋ, ਐਤਕੀ ਕਿਵੇਂ ਲੱਗਾ? ਕੈਨੇਡਾ ਸੋਹਣਾ ਜੀ। ਠੀਕ ਹੈ, ਮੈਂ 12-13 ਸਾਲ ਬਾਅਦ ਆਇਆ ਤੇ ਤਰੱਕੀ ਵਾਹਵਾ ਹੋ ਗਈ ਇੱਥੇ। ਇਹ ਕਹਿ ਸਕਦੇ ਆ ਵੀ ਅਸੀਂ ਆਸਟ੍ਰੇਲੀਆ 'ਚ 15-20 ਸਾਲ ਪਿੱਛੇ ਆ, ਉੱਥੇ ਜਿਹੜਾ ਕੁਝ ਇੱਥੇ ਅੱਜ ਆ ਜੀ ਉੱਥੇ 15-20 ਸਾਲ ਬਾਅਦ ਹੋ ਜਾਣਾ। ਹਾਂ, ਓਵਰਆਲ ਪੋਜ਼ਿਟਿਵ ਆ ਜੀ, ਸੋਹਣਾ ਮੁਲਕ ਆ, ਖਾਸ ਕਰਕੇ BC ਜਲਵਾਯੂ ਸਾਰਾ ਕੁਝ ਮੈਨੂੰ ਬੜਾ ਵਧੀਆ ਲੱਗਿਆ ਜੀ। ਠੀਕ ਹੈ ਜੀ, ਮੈਂ 2-3 ਛੋਟੇ ਸਵਾਲ ਪੁੱਛਣੇ ਆ। ਤੁਸੀਂ ਆਸਟ੍ਰੇਲੀਆ ਕਿੰਨੇ ਸਾਲ ਹੋ ਗਏ ਰਹਿੰਦਿਆਂ ਨੂੰ? ਮੈਂ ਆਸਟ੍ਰੇਲੀਆ ਪਰਮਾਨੈਂਟਲੀ ਮੂਵ ਹੋਇਆ ਸੀ ਦਸੰਬਰ 2008। ਉਸ ਤੋਂ ਪਹਿਲਾਂ ਆਵਾਜਾਈ ਰਹਿੰਦੀ ਸੀ ਪਰ ਹੁਣ ਤੁਸੀਂ ਕਹਿ ਲਓ ਵੀ 13.5 ਸਾਲ ਹੋ ਗਏ ਜੀ ਉੱਥੇ ਪੜ੍ਹਾਈ ਵੀ ਕੀਤੀ? ਹਾਂਜੀ, ਉੱਥੇ ਮੈਂ 2 ਡਿਗਰੀਜ਼ ਕੀਤੀਆਂ। ਠੀਕ ਹੈ ਜੀ, ਮੈਂ ਇਹ ਤਾਂ ਪੁੱਛ ਰਿਹਾ ਤਾਂ ਜੋ ਬੇਸ ਬਣ ਜਾਵੇ। ਤੇ ਉੱਥੇ ਅੱਜ ਤਾਂ ਚਲੋ ਤੁਸੀਂ ਮਕੈਨੀਕਲ ਇੰਜੀਨੀਅਰ ਹੋ, ਵੱਡਾ ਕੰਮ ਕਰਦੇ ਹੋ, ਜਾਨੀ ਵੱਡੀ ਜੌਬ ਤੇ ਹੋ ਸਾਡੇ ਹਿਸਾਬ ਨਾਲ। ਨਹੀਂ ਇਦਾਂ ਦੀ ਕੋਈ ਗੱਲ ਨਹੀਂ। ਹਾਂਜੀ, ਹਜੇ ਵੀ ਆਪਾਂ ਨੂੰ ਉਹ ਜਿਹੜੇ ਪੱਠੇ ਵੱਢੇ ਨੇ ਖੇਤ ਦੇ ਵਿੱਚ ਪੂਰੇ ਯਾਦ ਨੇ। ਅੱਛਾ, ਬੇਸਿਕ ਕੰਮ ਵੀ ਉੱਥੇ ਕੀਤਾ ਕਦੀ? ਦੇਖੋ ਗੱਲ ਪਤਾ ਕੀ ਹੈ ਜੀ, ਕਈ ਵਾਰੀ ਬੱਚਿਆਂ ਨੂੰ ਇਹ ਲੱਗਦਾ ਵੀ ਜਿਵੇਂ ਹੁਣ ਮੈਂ 40 ਸਾਲ ਦਾ ਹੋ ਗਿਆ ਵੀ ਇਹ ਤਾਂ ਸੈੱਟ ਆ ਜੀ। ਪ੍ਰੋਬਲਮ ਇਹ ਹੁੰਦੀ ਹੈ ਬੱਚੇ ਨਾ ਰਿਲੇਟ ਨਹੀਂ ਕਰ ਪਾਉਂਦੇ। ਹੁਣ ਉਹਨਾਂ ਨੂੰ ਆਪਣੀ ਅੱਜ ਦੀ ਸਿਚੁਏਸ਼ਨ ਦਿਖਦੀ ਹੈ ਜੀ। ਜੇ ਮੈਂ ਹੁਣ 14-15 ਸਾਲ ਪਿੱਛੇ ਲੈ ਜਾਵਾਂ ਤਾਂ ਮੈਂ ਸ਼ਾਇਦ ਉਹਨਾਂ ਤੋਂ ਬਹੁਤ ਮਾੜਾ ਸੀ ਜੀ। ਇਹਦੇ ਵਿੱਚ ਕੋਈ ਅਤਕਥਨੀ ਨਹੀਂ ਹੈਗੀ। ਮਤਲਬ ਮੈਂ ਇੱਕ ਐਵਰੇਜ ਤੋਂ ਥੱਲੇ ਸਟੂਡੈਂਟ ਆਪਣੇ ਆਪ ਨੂੰ ਮੰਨਦਾ। ਜਿਹੜੀ ਚੀਜ਼ ਨੇ ਮੇਰੀ ਹੈਲਪ ਕੀਤੀ ਹੈ ਜੀ, ਮੈਂ ਬੇਸਿਕ ਕੰਮ, ਟੈਕਸੀ ਵੀ ਚਲਾਈ ਹੈ ਉੱਥੇ 3-4 ਮਹੀਨੇ ਜੀ, ਸਿਕਿਉਰਿਟੀ ਵੀ ਕੀਤੀ ਹੈ, ਇੰਡਸਟਰੀਅਲ ਕਲੀਨਿੰਗ ਵੀ ਕੀਤੀ ਹੈ, ਬੱਸ ਵੀ ਚਲਾਈ ਹੈ ਜੀ। ਤੇ ਜਿਹੜੇ ਕੰਮ ਸਟੂਡੈਂਟ ਕਰਦੇ ਨੇ ਉਹ ਸਾਰੇ ਹੀ ਕੀਤੇ। ਪਰ ਮਨ ਦੇ ਵਿੱਚ ਟੀਚਾ ਇੱਕ ਇਹ ਸੀ ਜੀ ਵੀ ਜਿਹੜੇ ਕੰਮ ਕਰਕੇ ਮੈਨੂੰ ਅੰਦਰੋਂ ਮਨ ਦੀ ਸੰਤੁਸ਼ਟੀ ਮਿਲਦੀ ਹੈ ਉਹ ਜ਼ਰੂਰ ਕਰਨਾ। ਠੀਕ ਹੈ ਜੀ। ਤੇ ਉਹ ਸੰਭਵ ਹੋ ਜਾਂਦਾ ਜੀ। ਮਤਲਬ ਜਿਵੇਂ 2008 ਦੇ ਵਿੱਚੋਂ 10 ਦੇ ਵਿੱਚ ਮੇਰੀ ਜੌਬ ਲੱਗੀ ਸੀ ਡਿਫੈਂਸ ਦੇ ਵਿੱਚ, ਮਕੈਨੀਕਲ ਇੰਜੀਨੀਅਰ ਆਫਿਸਰ। ਉਹ ਮੈਂ ਜੁਆਇਨ ਨਹੀਂ ਕੀਤੀ ਜੀ। ਤੇ ਫਿਰ CNC ਪ੍ਰੋਗਰਾਮਿੰਗ। ਮਤਲਬ ਇਹ ਕਹਿ ਲਓ ਵੀ ਉੱਥੇ ਦੇ ਸਿਸਟਮ ਦੇ ਵਿੱਚ ਢਲਣਾ ਪੈਂਦਾ ਜੀ। ਉਹ ਸੇਮ ਚੀਜ਼ ਇੱਥੇ ਕੈਨੇਡਾ 'ਚ ਆ ਜੀ। ਮੈਨੂੰ ਲੱਗਦਾ ਕੈਨੇਡਾ ਦੇ ਵਿੱਚ ਥੋੜੀ ਜੀ ਆਸਟ੍ਰੇਲੀਆ ਨਾਲੋਂ ਈਜ਼ੀ ਕਹਿ ਸਕਦੇ ਹਾਂ। ਠੀਕ ਹੈ ਜੀ। ਕਿਉਂਕਿ ਆਪਣੇ ਬੱਚੇ ਜਿਹੜਾ ਕਿ ਮੈਨੂੰ ਇੱਥੇ ਪੋਜ਼ਿਟਿਵ ਪੱਖ ਲੱਗਿਆ ਜੀ, ਉਹ ਇੱਥੇ ਪਹਿਲਾਂ ਹੀ ਐਡਮਿਨਿਸਟ੍ਰੇਟਿਵ ਪੋਜੀਸ਼ਨ ਦੇ ਵਿੱਚ ਬੈਠੇ ਨੇ। ਤੁਹਾਨੂੰ ਸੇਧ ਦੇਣ ਲਈ ਲੋਕ ਇੱਥੇ ਹੈਗੇ ਨੇ। ਹਾਂਜੀ, ਠੀਕ ਹੈ ਜੀ।
ਮੈਂ ਇਹ ਸਾਰੀਆਂ ਗੱਲਾਂ ਨਵਜੋਤ ਭਾਜੀ ਇਸ ਕਰਕੇ ਕਰ ਰਿਹਾ ਸੀ ਕਿ ਜਦੋਂ ਹੁਣ ਆਪਾਂ ਅਗਲੀਆਂ ਗੱਲਾਂ ਕਰਨੀਆਂ ਤੇ ਪਤਾ ਹੋਵੇ ਕਿ ਕੈਨੇਡਾ ਵੀ ਆਉਂਦੇ ਜਾਂਦੇ ਰਹੇ ਹੋ, ਹਾਂਜੀ, ਆਸਟ੍ਰੇਲੀਆ ਦੇ ਵਿੱਚ ਇੰਨਾ ਲੰਬਾ ਸਮਾਂ ਹੋ ਗਿਆ, ਬੇਸਿਕ ਜੌਬਾਂ ਵੀ ਕੀਤੀਆਂ ਤੇ ਅੱਜ ਜਿਹੜੀ ਨੌਕਰੀ ਦੇ ਉੱਤੇ ਹੋ ਉਹ ਬੇਸਿਕ ਜੌਬਾਂ ਕਰਕੇ ਕਈ ਸਾਲ ਲਾ ਕੇ ਫਿਰ ਉੱਥੇ ਪਹੁੰਚੇ। ਹਾਂਜੀ ਬਿਲਕੁਲ ਜੀ। ਇੱਕ ਗੱਲ ਮੈਂ ਸਾਰੇ ਸਟੂਡੈਂਟਸ ਨੂੰ ਦੱਸਣਾ ਚਾਹੁੰਦਾ ਜੀ ਵੀ ਜਿਹੜੀ ਲਰਨਿੰਗ ਆ ਨਾ ਤੁਹਾਡੀ ਉਹ ਕਦੇ ਬੰਦ ਨਹੀਂ ਹੋਣੀ ਚਾਹੀਦੀ। ਹੁਣ ਮੇਰਾ ਇਮੀਗ੍ਰੇਸ਼ਨ ਦਾ ਵੀ ਕੰਮ ਆ, ਤੁਹਾਨੂੰ ਪਤਾ, ਪਰ ਲੋਕਾਂ ਨੂੰ ਐਂ ਲੱਗਦਾ ਵੀ ਪਤਾ ਨਹੀਂ ਇਮੀਗ੍ਰੇਸ਼ਨ ਦਾ ਕੰਮ ਮੇਰਾ ਫੁੱਲ ਟਾਈਮ ਆ। ਉਹ ਫੁੱਲ ਟਾਈਮ ਨਹੀਂ ਹੈਗਾ ਜੀ। ਉਹ ਵਲੰਟੀਅਰ ਕਰਦੇ ਕਰਦੇ ਸਟੂਡੈਂਟ ਯੂਨੀਅਨ ਦੇ ਵਿੱਚ ਰਹਿੰਦੇ ਉਹਦੇ ਵਿੱਚੋਂ ਆਜ਼ਾਦ ਹੋ ਗਿਆ, ਜਾਂ ਤੁਹਾਡੇ ਵਰਗੇ ਸੱਜਣਾ ਮਿੱਤਰਾਂ ਨੇ ਕਹਿਤਾ ਵੀ ਤੂੰ ਇਹਨੂੰ ਰਜਿਸਟਰ ਕਰਵਾ ਕੇ ਫੁੱਲ ਟਾਈਮ ਕਰ ਲਾ। ਉਹ ਇੱਕ ਮੇਨ ਪਰਪਸ ਉਹਦਾ ਇਹ ਸੀ ਵੀ ਸਟੂਡੈਂਟ ਨੂੰ ਸਹੀ ਗਾਈਡ ਕਰਨਾ, ਜਾਂ ਜਿਹੜਾ ਮਾਈਗ੍ਰੈਂਟ ਆਉਂਦਾ ਉਹਨੂੰ ਸਹੀ ਦਿਸ਼ਾ ਦੇ ਵਿੱਚ ਲਾਉਣਾ। ਪਰ ਬੇਸਿਕਲੀ ਜੇ ਮੈਂ ਆਪਦੀ ਨੇਚਰ ਦੇਖਾਂ ਤਾਂ ਮੈਂ ਮਸ਼ੀਨਰੀ 'ਚ ਜਾ ਕੇ ਖੁਸ਼ ਹੁੰਦਾ ਜੀ। ਮੈਂ ਹੁਣ ਮੈਟਰੋ ਟ੍ਰੇਨ 'ਚ ਜੌਬ ਕਰਦਾ, ਮੈਨੂੰ ਟ੍ਰੇਨ ਚਲਾਉਣੀਆਂ ਵੀ ਆਉਂਦੀਆਂ ਨੇ, ਕਈ ਵਾਰੀ ਵਰਕਸ਼ਾਪ 'ਚ ਵੀ ਡਿਊਟੀ ਕਰੀਦੀ ਹੈ, ਠੀਕ ਹੈ। ਪਰ ਇਸ ਵੇਲੇ ਮੈਂ ਟ੍ਰੇਨਰ ਆ ਉੱਥੇ, ਠੀਕ ਹੈ ਜੀ, ਠੀਕ ਹੈ। ਪਰ ਜੇ ਤੁਸੀਂ ਮੈਨੂੰ ਪੁੱਛੋਗੇ ਵੀ ਮੈਂ ਤਾਂ ਮਕੈਨੀਕਲ ਇੰਜੀਨੀਅਰ ਵੀ ਰਿਹਾ, ਜਾਂ CNC ਪ੍ਰੋਗਰਾਮਿੰਗ ਵੀ ਕੀਤੀ ਆ, ਸਾਊਥ ਆਸਟ੍ਰੇਲੀਆ ਦੇ ਵਿੱਚ ਸਰਕਾਰੀ ਨੌਕਰੀ ਵੀ ਕੀਤੀ ਹੈ ਨਾ ਕਈ ਸਾਲ। ਪਰ ਜਦੋਂ ਮੈਂ ਕਿਸੇ ਬੱਚੇ ਨੂੰ ਦੱਸਣਾ ਹੁੰਦਾ ਤਾਂ ਮੈਂ ਉਹਨੂੰ ਪਹਿਲਾਂ ਉਹੀ ਜੌਬਸ ਦੱਸਦਾ ਜਿਹੜੀਆਂ ਹਰ ਇੱਕ ਨੂੰ ਕਰਨੀਆਂ ਪੈਂਦੀਆਂ, ਕਿਉਂਕਿ ਫੇਰ ਉਹ ਰਿਲੇਟ ਕਰ ਪਾਉਂਦਾ। ਜੇ ਹੁਣ ਮੈਂ ਕਹਾਂ ਮੇਰੀ ਫਲਾਨੀ ਡਿਗਰੀ ਕੀਤੀ ਆ, ਉਹ ਡਿਗਰੀ ਕੀਤੀ ਆ, ਉਹ ਤਾਂ ਕਿਸੇ ਨੇ ਕੁਝ ਨਹੀਂ ਲੈਣਾ ਜੀ। ਜਿੰਨਾ ਚਿਰ ਮੇਰੇ ਨਾਲ ਬੱਚਾ ਰਿਲੇਟ ਨਹੀਂ ਕਰ ਪਾਊਗਾ ਵੀ ਇਹ ਵੀ ਉੱਥੋਂ ਹੀ ਆਇਆ, ਜਿਹਨੇ ਵੱਡੀ ਏ ਤੇ ਛੋਟੀ ਏ 6ਵੀਂ 'ਚ ਸਿੱਖੀ ਆ ਸਰਕਾਰੀ ਸਕੂਲ 'ਚ ਪੜ੍ਹ ਕੇ, ਮਤਲਬ ਇਹ ਕਹਿ ਲਓ ਜੀ 8ਵੀਂ ਦੇ ਵਿੱਚ ਤੱਪੜ ਵੀ ਨਹੀਂ ਸੀ ਹੁੰਦੇ ਜਿੱਥੋਂ ਪੜ੍ਹੇ। ਤੇ ਮੈਂ ਫਿਰ ਥੋੜੇ ਜਿਹੇ ਠੀਕ ਸਕੂਲ 'ਚ ਵੀ ਪੜ੍ਹਿਆ ਜੀ, 9ਵੀਂ 10ਵੀਂ 11ਵੀਂ 12ਵੀਂ ਕਾਲਜ 'ਚ ਕੀਤੀ ਹੈ, ਫਿਰ ਇੰਜੀਨੀਅਰਿੰਗ ਕੀਤੀ। ਪਰ ਕੋਈ ਚੀਜ਼ ਇਹ ਨਹੀਂ ਹੈਗਾ ਵੀ ਜਿਹੜੀ ਚੀਜ਼ ਸੰਭਵ ਆ ਉਹ ਕੋਈ ਪਿੰਡ ਦਾ ਬੱਚਾ ਨਹੀਂ ਕਰ ਸਕਦਾ, ਠੀਕ ਹੈ। ਤੁਹਾਡੇ ਟੀਚੇ ਸਹੀ ਹੋਣੇ ਚਾਹੀਦੇ ਆ, ਉਹਦੇ ਵਿੱਚ ਬੇਸਿਕ ਜਿਹੜਾ ਫਾਰਮੂਲਾ ਤੁਸੀਂ ਆਪਦੀ ਸਮਾਂ ਸਾਰਣੀ ਕਿਵੇਂ ਬਣਾਉਂਦੇ ਆ, ਬਸ ਟਾਈਮ ਟੇਬਲ ਦਾ ਹੀ ਰੌਲਾ। ਜੇ ਤੁਸੀਂ ਟਾਈਮ ਟੇਬਲ ਸੈੱਟ ਕਰ ਲਿਆ ਜੀ ਫਿਰ ਕੁਝ ਵੀ ਕਰ ਸਕਦੇ। ਅੱਛਾ ਨਵਜੋਤ ਭਾਜੀ, ਹੁਣ ਮੈਨੂੰ ਇੱਕ ਗੱਲ ਦੱਸਿਓ, ਚਾਹੇ ਬੱਚਿਆਂ ਨੇ ਕੈਨੇਡਾ ਆਉਣਾ ਚਾਹੇ ਆਸਟ੍ਰੇਲੀਆ ਆਉਣਾ, ਇੱਥੇ ਆ ਕੇ ਜੋ ਕੁਝ ਪਤਾ ਲੱਗਦਾ ਉਹ ਇੱਕ ਵੱਖਰੀ ਗੱਲ ਹੈ। ਹੁਣ ਬਹੁਤ ਸਾਰੇ ਸਾਡੇ ਬੱਚੇ ਮੁੰਡੇ ਕੁੜੀਆਂ +2 ਕਰਕੇ ਆਉਂਦੇ ਆ, ਅਸੀਂ ਵੈਲਕਮ ਕਹਿੰਦੇ, ਸਵਾਗਤ ਕਹਿੰਦੇ ਕਿ ਭਾਈ ਠੀਕ ਹੈ ਤੁਹਾਡਾ ਰਾਈਟ ਹੈ, ਆਉਣਾ ਚਾਹੀਦਾ, ਆਓ। ਹੁਣ +2 ਤੱਕ ਤਾਂ ਅਸੀਂ ਬੱਚੇ, ਕਿਉਂਕਿ ਛੋਟੇ ਹੀ ਹੁੰਦੇ ਬੱਚੇ, ਅਸੀਂ ਐਨ ਆਪਣੇ ਪਰਾਂ ਥੱਲੇ ਰੱਖੇ ਹੁੰਦੇ ਆ। ਹੁਣ ਜਦੋਂ ਬੱਚੇ ਨੇ ਆਇਲਸ ਕਰ ਲਿਆ, ਉਹਦੇ ਤੋਂ ਬਾਅਦ ਉਹਦੇ +2 'ਚ ਨੰਬਰ ਚੰਗੇ ਹੋ ਗਏ, ਘਰਦਿਆਂ ਨੇ ਫੀਸ ਦੇਤੀ, ਇੱਧਰ ਆਉਣਾ। ਪਰ ਇੱਧਰ ਆ ਕੇ ਕਈ ਵਾਰੀ ਬੱਚੇ ਨਾ ਬੇਗਾਨਗੀ ਦਾ ਅਹਿਸਾਸ ਕਰਦੇ, ਯਾਰ ਆਹ ਤਾਂ ਪਤਾ ਹੀ ਨਹੀਂ ਸੀ ਇੱਦਾਂ ਹੋਣਾ। ਕਿਹੜੀ ਤਿਆਰੀ ਹੈ, ਚਾਹੇ ਬੱਚਾ ਆਸਟ੍ਰੇਲੀਆ ਜਾ ਰਿਹਾ, ਚਾਹੇ ਬੱਚਾ ਕੈਨੇਡਾ ਆ ਰਿਹਾ ਜਾਂ UK ਜਾ ਰਿਹਾ, ਤੁਹਾਨੂੰ ਕੀ ਲੱਗਦਾ ਹੈ ਕਿ ਤੁਸੀਂ ਇਮੀਗ੍ਰੇਸ਼ਨ ਦਾ ਵੀ ਕੰਮ ਕਰਦੇ ਹੋ, ਸਟੂਡੈਂਟ ਵੀ ਰਹੇ ਹੋ ਇਹਨਾਂ ਦੇਸ਼ਾਂ 'ਚ, ਬੇਸਿਕ ਨੌਕਰੀਆਂ ਵੀ ਕੀਤੀਆਂ, ਤਿਆਰੀ ਕੀ ਹੋਣੀ ਚਾਹੀਦੀ ਹੈ, ਮਾਨਸਿਕ ਵੀ ਤੇ ਬਾਕੀ ਵੀ, ਜਿਹਦੇ ਨਾਲ ਕਿ ਇੱਥੇ ਆ ਕੇ ਬੰਦਾ ਸੈੱਟ ਹੋ ਜਾਏ ਛੇਤੀ? ਪਹਿਲੀ ਤਿਆਰੀ ਤਾਂ ਇਹ ਹੋਣੀ ਚਾਹੀਦੀ ਹੈ, ਜਿਹੜੇ ਬੱਚੇ ਨੇ, ਖਾਸ ਕਰਕੇ ਮੈਂ ਕਹੂੰਗਾ ਪੇਰੈਂਟਸ ਨੂੰ, ਬੱਚਿਆਂ ਨੂੰ ਘਰ ਦੇ ਜਿਹੜੇ ਬੇਸਿਕ ਕੰਮ ਨੇ ਜੀ, ਸਫਾਈ, ਖਾਣਾ ਪੀਣਾ। ਮੇਰੇ ਘਰ ਦੇ ਹਾਲਾਤ ਇਦਾਂ ਦੇ ਸੀ, ਮੈਨੂੰ ਇਹ ਕਰਨਾ ਪੈਂਦਾ ਸੀ ਜੀ, ਮਤਲਬ ਇਹਦੇ ਵਿੱਚ ਕੋਈ ਹੱਦ ਨਹੀਂ, ਮੈਂ ਘਰੇ ਪੋਚੇ ਵੀ ਲਾਏ ਆ, ਤੇ ਉਹਦੇ ਨਾਲ ਤੁਸੀਂ ਕਿਸੇ ਵੀ ਚੀਜ਼ ਲਈ ਪ੍ਰਪੇਅਰ ਹੋ ਜਾਂਦੇ ਹੋ, ਠੀਕ ਆ। ਪੱਠੇ ਵੀ ਵੱਡੇ ਆ ਜੀ, ਉਹ ਸਾਰੀਆਂ ਚੀਜ਼ਾਂ ਕੀਤੀਆਂ ਨੇ, ਤੇ ਕਦੇ ਵੀ ਇਹ ਨਹੀਂ ਲੱਗਿਆ ਵੀ ਇਹ ਕੰਮ ਛੱਡ ਕੇ ਪੜ੍ਹਾਈ ਕਰਨੀ, ਉਹ ਕਰਦੇ ਰਹੇ ਆ ਨਾ। ਤੇ ਜੇ ਤਾਂ ਤੁਸੀਂ ਉਦਾਂ ਦੇ ਕੰਮ ਕਰਦੇ ਉੱਥੇ ਆ ਰਹੇ ਹੋ, ਫੇਰ ਇੱਥੇ ਕੋਈ ਬਾਹਲੀ ਦਿੱਕਤ ਨਹੀਂ ਆਉਂਦੀ, ਠੀਕ ਹੈ। ਤੁਹਾਡੀ ਜਿਹੜੀ ਰੋਜ਼ਮਰਰਾ ਦੀ ਜ਼ਿੰਦਗੀ, ਕਿਉਂਕਿ ਇਹ ਯਾਦ ਰੱਖਿਓ, ਕਿਸੇ ਨੇ ਤੁਹਾਨੂੰ ਚਾਹ ਬਣਾ ਕੇ ਨਹੀਂ ਦੇਣੀ, ਕਿਸੇ ਨੇ ਤੁਹਾਡੇ ਕੱਪੜੇ ਨਹੀਂ ਧੋਣੇ, ਕਿਸੇ ਨੇ ਤੁਹਾਡੀ ਫਾਈਨੈਂਸ਼ੀਅਲ ਪਲੈਨਿੰਗ ਨਹੀਂ ਕਰਨੀ। ਬੱਚੇ ਫਾਈਨੈਂਸ਼ੀਅਲ ਪਲੈਨਿੰਗ 'ਚ ਵੀ ਮਰਦੇ ਆ ਜੀ, ਖਾਣ ਪੀਣ ਵਾਲੇ ਪਾਸੇ ਵੀ ਮਰਦੇ, ਕਿਉਂਕਿ ਇਹ ਉਹਨਾਂ ਦੇ ਟਾਈਮ ਟੇਬਲ 'ਚ ਫਿੱਟ ਨਹੀਂ ਹੁੰਦਾ ਪਹਿਲਾਂ। ਜਾਂ ਇਹ ਕਹਿ ਲਓ ਸਾਡੇ ਦੇਸ਼ ਦੇ ਵਿੱਚ ਕੰਪੀਟੀਸ਼ਨ ਹੀ ਇੰਨਾ ਹੋ ਗਿਆ, ਸਾਨੂੰ 11ਵੀਂ 12ਵੀਂ ਦੇ ਵਿੱਚ ਧਿਆਨ ਹੀ ਸਿਰਫ ਪੜ੍ਹਾਈ ਤੇ ਦੇਣਾ ਪੈਂਦਾ, ਠੀਕ ਹੈ। ਪਰ ਹਰ ਇੱਕ ਇਨਸਾਨ ਕੋਲ ਟਾਈਮ ਹੁੰਦਾ, ਜੇ ਉਹ ਚਾਹੇ, ਬੱਚਾ ਵੀ ਚਾਹੇ, ਤਾਂ ਜਿਹੜਾ ਆਪਾਂ WhatsApp, Facebook ਤੇ TV ਤੇ ਟਾਈਮ ਲਾਉਂਦੇ ਆ, ਉਹ 'ਚੋਂ ਜੇ 15 20 25 ਮਿੰਟ ਰੋਜ਼ ਇਹਨਾਂ ਚੀਜ਼ਾਂ ਵੱਲ ਲਾ ਲਏ ਜਾਣ ਤਾਂ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਇੱਥੇ ਆ ਕੇ ਤੁਸੀਂ ਸੌਖੇ ਰਹਿੰਦੇ ਹੋ। ਹੁਣ ਜਿਹੜੀ ਦੂਜੀ ਗੱਲ ਹੈ ਜੀ, 12ਵੀਂ ਤੋਂ ਬਾਅਦ ਨਿਆਣੇ ਨੇ ਜਿਹੜੇ ਬੱਚੇ ਜ਼ਿਆਦਾ ਇੱਥੇ ਸਟੂਡੈਂਟ ਆਉਂਦੇ ਆ ਜੀ, ਜਿਹੜੇ ਪਰਮਾਨੈਂਟ ਰੈਜ਼ੀਡੈਂਟ ਆਉਂਦੇ, ਉਹ ਤਾਂ ਡਿਗਰੀਆਂ ਕਰਕੇ ਐਕਸਪੀਰੀਅੰਸ ਤੋਂ ਬਾਅਦ ਆਉਂਦੇ ਆ, ਉਹ ਪਹਿਲਾਂ ਹੀ ਸਿੱਖੇ ਹੁੰਦੇ ਆ, ਉਹਨਾਂ ਨੂੰ ਉਹਦੀ ਗੱਲ ਬਾਹਲੀ ਕਰਨ ਦੀ ਲੋੜ ਵੀ ਨਹੀਂ, ਕਿਉਂਕਿ ਉਹਨਾਂ ਨੂੰ ਪਤਾ ਜਦੋਂ ਤੁਸੀਂ ਇੱਥੇ ਆਉਣਾ ਤੁਹਾਡਾ ਇੰਟਰਸਟ ਕੀ ਹੈ। ਤੁਸੀਂ ਜੇ ਆਪਣੇ ਇੰਟਰਸਟ ਦਾ ਕੋਰਸ ਲੈਂਦੇ ਹੋ, ਉਹ ਤੁਹਾਡੀ ਬੈਕਗਰਾਊਂਡ ਦੇ ਨਾਲ ਮੈਚ ਕਰਨਾ ਚਾਹੀਦਾ। ਜੇ ਕਿਸੇ ਨੇ ਕਮਰਸ ਕੀਤੀ ਹੈ ਤਾਂ ਵੀਜ਼ਾ ਉਹਦਾ ਅਕਾਊਂਟਿੰਗ ਜਾਂ ਬਿਜ਼ਨਸ 'ਚ ਲੱਗਣ ਦੇ ਚਾਂਸ ਨੇ। ਜੇ ਕਿਸੇ ਨੇ ਮੈਡੀਕਲ ਜਾਂ ਨਾਨ ਮੈਡੀਕਲ ਦੀ ਪੜ੍ਹਾਈ ਕੀਤੀ ਹੈ, ਨਾਨ ਮੈਡੀਕਲ ਵਾਲਾ ਇੰਜੀਨੀਅਰਿੰਗ 'ਚ ਜਾ ਸਕਦਾ, ਨਰਸਿੰਗ 'ਚ ਵੀ ਜਾ ਸਕਦਾ ਜੀ,
ਠੀਕ ਆ। ਇੱਕ ਡਿਫਰੈਂਸ ਆ, ਕਈਆਂ ਨੂੰ ਉੱਥੇ ਬੱਚਿਆਂ ਨੂੰ ਲੱਗਦਾ ਹੁੰਦਾ ਵੀ ਕੈਨੇਡਾ ਦੇ ਵਿੱਚ ਨਰਸਿੰਗ ਲਈ ਮੈਥਮੈਟਿਕਸ ਦੀ ਲੋੜ ਆ, ਆਸਟ੍ਰੇਲੀਆ 'ਚ ਇਦਾਂ ਦਾ ਕੁਝ ਨਹੀਂ। ਤੁਸੀਂ ਨਰਸਿੰਗ ਮੈਡੀਕਲ ਆ ਚਾਹੇ ਨਾਨ ਮੈਡੀਕਲ ਐਡਮਿਸ਼ਨ ਲੈ ਸਕਦੇ ਹੋ ਜੇ ਤੁਹਾਡਾ ਇੰਟਰਸਟ ਆ। ਜੇ ਤੁਸੀਂ ਇੰਟਰਸਟ ਦਾ ਕੋਰਸ ਲੈ ਕੇ ਆਉਂਦੇ ਹੋ, ਥੋੜੀ ਜਿਹੀ ਆਪਣੀ ਰਿਸਰਚ ਕਰ ਲਓ, ਇਹ ਸੱਚ ਆ, ਤੁਹਾਨੂੰ ਤੁਹਾਡੇ ਐਜੂਕੇਸ਼ਨ ਏਜੰਟ ਨੇ ਉਹੀ ਕੋਰਸ ਵੇਚਣਾ ਜਿਸ 'ਚ ਉਹਨੂੰ ਕਮਿਸ਼ਨ ਵੱਧਦਾ। ਠੀਕ ਹੈ ਜੀ, ਜੇ ਉਹਨੂੰ ਰੁਪਈਏ ਬਣਦੇ ਆ 30% ਤੱਕ 35% ਤੱਕ ਕਮਿਸ਼ਨ ਹੈ ਜੀ। ਠੀਕ ਹੈ। ਤੇ ਇਹਦੇ ਵਿੱਚ ਉਹਨੇ ਤੁਹਾਨੂੰ ਦੱਸਣਾ ਨਹੀਂ ਹੈਗਾ। ਜੇ ਤੁਸੀਂ ਸਟੈਟਿਸਟਿਕਸ ਕੱਢ ਕੇ ਦੇਖੋਗੇ, ਨਰਸਿੰਗ ਜਾਂ ਇੰਜੀਨੀਅਰਿੰਗ 5ਵੇਂ 6ਵੇਂ ਨੰਬਰ ਤੇ ਆਉਂਦੇ ਆ ਜੀ ਗਿਣਤੀ ਦੇ ਹਿਸਾਬ ਨਾਲ। ਇਹ ਉਹ ਕੋਰਸਸ ਨੇ ਜਿਨ੍ਹਾਂ 'ਚ ਪੱਕੇ ਹੋਣਾ ਸੌਖਾ ਤੇ ਨਾਲ ਕਰੀਅਰ ਵੀ ਬਣਦਾ। ਠੀਕ ਹੈ ਜੀ। ਆਸਟ੍ਰੇਲੀਆ ਦਾ ਕੈਨੇਡਾ ਦਾ ਥੋੜਾ ਜਿਹਾ ਡਿਫਰੈਂਸ ਆ ਜੀ। ਇੱਥੇ ਕੈਨੇਡਾ ਦੇ ਵਿੱਚ ਆਕੂਪੇਸ਼ਨ ਲਿਸਟ ਬਹੁਤ ਲੰਬੀ ਹੈ। ਇੱਥੇ ਤੁਸੀਂ ਬਹੁਤ ਸਾਰੀਆਂ ਹੋਰ ਆਕੂਪੇਸ਼ਨ ਦੇ ਵਿੱਚ ਵੀ ਪੜ੍ਹਾਈ ਕਰਕੇ ਪੱਕੇ ਹੋ ਜਾਂਦੇ ਹੋ ਜੀ। ਤੇ ਇਹ ਵੀ ਮੈਂ ਹੁਣ ਹਫ਼ਤਾ ਹੋ ਗਿਆ ਮੈਨੂੰ ਇੱਥੇ ਆਏ ਨੇ, ਕਈ ਜਿਹੜੇ ਇਮੀਗ੍ਰੇਸ਼ਨ ਕੰਸਲਟੈਂਟ ਆ ਉਹਨਾਂ ਨਾਲ ਵੀ ਗੱਲ ਹੋਈ ਆ। ਕੋਈ ਜ਼ਰੂਰੀ ਵੀ ਨਹੀਂ ਹੈਗਾ ਵੀ ਤੁਹਾਡੇ ਫੀਲਡ ਦੀ ਜੌਬ ਹੋਵੇ ਜੀ। ਆਸਟ੍ਰੇਲੀਆ ਜੇ ਆਉਣਾ ਤਾਂ ਇਹ ਮੰਨ ਕੇ ਚੱਲਿਓ ਵੀ ਜਿਹੜੀ ਪੜ੍ਹਾਈ ਕਰਨੀ ਹੈ ਉਹਦੇ ਵਿੱਚ ਨੌਕਰੀ ਕਰਨੀ ਆਲਮੋਸਟ ਜ਼ਰੂਰੀ ਹੋਈ ਹੈ ਜੀ। ਅਨਲੈਸ ਤੁਸੀਂ ਕੋਈ ਇਹੋ ਜਿਹੇ ਸਟੇਟ 'ਚ ਪੜ੍ਹਨ ਆਉਂਦੇ ਹੋ, ਤੁਹਾਡੇ ਨੰਬਰ ਜ਼ਿਆਦਾ ਨੇ, ਉੱਥੋਂ ਤੁਸੀਂ ਡਿਗਰੀ ਕਰਦੇ ਹੋ, ਤਾਂ ਫਿਰ ਤੁਸੀਂ ਉਹਨਾਂ ਦੇ ਕਈ ਇਨੋਵੇਟਿਵ ਪ੍ਰੋਗਰਾਮ ਨੇ ਜੀ। ਪਰ ਜਿਹੜਾ ਬੱਚਾ ਉਹਨਾਂ ਇੰਟੈਲੀਜੈਂਟ ਉਹਦਾ ਨੌਕਰੀ ਵੀ ਲੈ ਜਾਂਦਾ। ਠੀਕ ਹੈ। ਜੇ ਤਾਂ ਤੁਸੀਂ ਆਸਟ੍ਰੇਲੀਆ ਆਉਣਾ ਜਾਂ ਕੈਨੇਡਾ ਵੀ ਆਉਣਾ ਜੀ, ਇੱਕ ਸਿੱਧਾ ਹੀ ਫੰਡਾ, ਜਿੱਥੇ ਪਾਪੂਲੇਸ਼ਨ ਜ਼ਿਆਦਾ ਜੀ ਉਹ ਸ਼ਹਿਰਾਂ ਨੂੰ ਅਵੋਇਡ ਕਰੋ। ਉੱਥੇ ਨਹੀਂ ਜਾਣਾ, ਚਾਹੇ ਮਾਸੀ ਉੱਥੇ ਰਹਿੰਦੀ ਆ। ਮਾਸੀ ਦਾ ਤਾਂ ਕੋਈ ਲੈਣਾ ਦੇਣਾ ਹੀ ਨਹੀਂ ਜੀ। ਮਾਸੀ ਨੇ ਤਾਂ ਤੁਹਾਨੂੰ, ਜੇ ਇੱਥੇ ਤੁਸੀਂ ਬੈਠੇ ਹੋ WhatsApp, ਜੇ BC 'ਚ ਬੈਠੇ ਹੋ ਕੈਲਗਰੀ, ਵੀ ਤੁਸੀਂ ਹੈਲਪ ਕਰ ਹੀ ਦੇਣੀ ਹੈ, ਕਰ ਦੇਣੀ ਹੈ। ਠੀਕ, ਤੁਸੀਂ ਆਪਣੇ ਸਕੇ ਸੰਬੰਧੀ ਉੱਥੇ ਰਹਿੰਦੇ ਹੋਣਗੇ। ਜੇ ਮੈਂ ਮੈਲਬਨ 'ਚ ਰਹਿਣਾ ਤਾਂ ਮੇਰਾ ਅਕਸਰ ਕਹਿਣਾ ਹੁੰਦਾ ਮੈਲਬਨ, ਸਿਡਨੀ, ਬ੍ਰਿਸਬੇਨ ਨੂੰ ਅਵੋਇਡ ਕਰੋ। ਠੀਕ ਹੈ। ਕਿਉਂਕਿ ਉੱਥੇ ਜਿਹੜਾ ਪਾਥਵੇਜ਼ ਨੇ ਉਹ ਓਨੇ ਈਜ਼ੀ ਨਹੀਂ ਹੈਗੇ ਐਜ਼ ਕੰਪੇਅਰ ਟੂ ਨਾਰਦਰਨ ਟੈਰੀਟਰੀ, ਆਸਟ੍ਰੇਲੀਅਨ ਕੈਪੀਟਲ ਟੈਰੀਟਰੀ ਜਾਂ ਸਾਊਥ ਆਸਟ੍ਰੇਲੀਆ ਹੋ ਗਿਆ ਜਾਂ ਤਸਮਾਨੀਆ ਹੋ ਗਿਆ। ਠੀਕ ਆ। ਫਿਰ ਉੱਥੋਂ ਗੱਲ ਚੱਲਦੀ ਆ ਵੀ ਸਾਨੂੰ ਕੰਮ ਨਹੀਂ ਮਿਲਣਾ ਜੀ। ਠੀਕ ਆ। ਜਿਹੜਾ ਕੰਮ ਵਾਲਾ ਚੱਕਰ ਆ ਨਾ ਭਾਜੀ, ਜੇ ਹੁਣ ਇੰਡੀਆ ਦੇ ਵਿੱਚ ਜਦੋਂ ਆਪਾਂ +2 'ਚ ਪੜ੍ਹਦੇ ਆ, 16 ਸਾਲ ਤੋਂ ਬਾਅਦ ਜਵਾਕ ਕੰਮ ਤੇ ਨਹੀਂ ਲੱਗਦੇ। ਸ਼ਹਿਰਾਂ ਦੇ ਵਿੱਚ ਤਾਂ ਚਲੋ ਮੈਕਡੋਨਲਡ, KFC ਤੇ ਕੰਮ ਕਰਨ ਲੱਗ ਜਾਂਦਾ। ਜਿਹੜੇ ਲੋਕ ਲੁਧਿਆਣੇ ਦੇ ਨੇੜੇ ਰਹਿੰਦੇ ਆ, ਮਨੀ ਮਾਜਰੇ ਚੰਡੀਗੜ੍ਹ ਰਹਿੰਦੇ ਆ, ਜਲੰਧਰ ਰਹਿੰਦੇ ਆ, ਉਹ ਅੱਜ ਕੱਲ੍ਹ ਪਿੰਡਾਂ ਦੇ ਬੱਚੇ ਉੱਦਾਂ ਦੇ ਵੀ ਕੰਮ ਕਰਦੇ ਨੇ ਪੜ੍ਹਾਈ ਦੇ ਨਾਲ ਨਾਲ। ਜਿਹੜੇ ਘਰੋਂ ਥੋੜੇ ਜਿਹੇ ਹੌਲੇ ਜੀ, ਉਹ ਬੱਚੇ ਇੱਥੇ ਆ ਕੇ ਬੜੀ ਛੇਤੀ ਸੈੱਟ ਹੁੰਦੇ ਆ। ਅੱਛਾ, ਜਿਹੜੇ ਉੱਥੇ ਜਾਨੀ ਪਾਰਟ ਟਾਈਮ ਕੁਛ ਨਾ ਕੁਛ ਕਰਦੇ ਆ, ਉਹਨਾਂ ਨੂੰ ਸੌਖਾ ਰਹਿੰਦਾ ਹੀ ਕੰਮ। ਬਿਲਕੁਲ ਜੀ। ਜੇ ਹੁਣ ਮੈਂ ਆਪਣੀ ਗੱਲ ਕਰਾਂ, ਜਦੋਂ ਮੈਂ ਡਿਗਰੀ ਕਰਦਾ ਸੀ, ਮੇਰੇ ਨਾਲ ਦੇ ਜਿਹੜੇ ਬੈਚਮੇਟ ਸੀਗੇ, ਕਲਾਸਮੇਟ ਸੀ, ਉਹਨਾਂ ਨੂੰ ਨਹੀਂ ਸੀ ਪਤਾ ਮੈਂ ਮੈਕਸ ਪੇਜ 'ਚ ਜੌਬ ਵੀ ਕਰਦਾ ਸੀ। ਇਹ ਗੱਲ ਮੈਂ ਕਰ ਰਿਹਾ 98 ਤੋਂ 2002 ਦੀ ਜੀ। ਉਦੋਂ ਪੇਜਰ ਹੁੰਦਾ ਸੀ, ਤੁਹਾਨੂੰ ਯਾਦ ਹੋਣਾ। ਉਹਦੇ ਕਾਲ ਸੈਂਟਰ 'ਚ ਮੈਂ ਨੌਕਰੀ ਕਰਦਾ ਸੀ, ਪਲੱਸ ਮੈਂ ਟਿਊਸ਼ਨ ਵੀ ਪੜ੍ਹਾਉਂਦਾ ਸੀ 3 ਬੱਚਿਆਂ ਨੂੰ, +2 ਵਾਲਿਆਂ ਨੂੰ। ਉਹ ਮੇਰੀ ਖਰਚੇ ਪੂਰੇ ਕਰ ਦਿੰਦਾ ਸੀ। ਉਸ ਤੋਂ ਬਾਅਦ ਜਦੋਂ ਮੈਂ ਡਿਗਰੀ ਕੀਤੀ ਆ ਤਾਂ ਮੈਂ ਕਈ ਮੁਲਕਾਂ 'ਚ ਗਿਆ। ਠੀਕ ਹੈ। ਮੇਰੇ ਕੋਲ ਕੈਨੇਡਾ ਦੀ ਵੀ ਪਰਮਨੈਂਟ ਰੈਜ਼ੀਡੈਂਸੀ ਸੀ ਜੀ ਤੇ ਆਸਟ੍ਰੇਲੀਆ ਦੀ ਵੀ ਸੀ। ਠੀਕ ਹੈ। ਤਾਂ ਜਿੰਨਾ ਜ਼ਿਆਦਾ ਮੈਂ ਕ੍ਰਾਸ ਕਲਚਰਲ ਕਮਿਊਨਿਟੀ ਦੇ ਵਿੱਚ ਵਿਚਰ ਕੇ ਸਿੱਖਿਆ, ਕ੍ਰਾਸ ਕਲਚਰਲ ਮਤਲਬ ਪੰਜਾਬੀ ਛੱਡ ਕੇ। ਮੈਂ ਬ੍ਰੇਕ ਲਾਉਣਾ। ਹਾਂਜੀ, ਮੈਂ 3 ਚੀਜ਼ਾਂ ਫਿਰ ਕਲੀਅਰ ਕਰਨਾ ਚਾਹੁੰਦਾ। ਕਈ ਵਾਰੀ ਆਪਾਂ ਅੱਗੇ ਨੂੰ ਵੱਧਦੇ ਨਾ, ਸਾਡਾ ਟੱਬਰ ਪਿੱਛੇ ਛੱਡ ਜਾਂਦਾ ਹੁੰਦਾ ਬਾਕੀ ਗੱਲਾਂ। ਪਹਿਲੀ ਗੱਲ ਇਹ ਕਲੀਅਰ ਹੋ ਗਈ ਕਿ ਕੋਸ਼ਿਸ਼ ਕਰਨੀ ਹੈ ਕਿ ਕੋਰਸ ਉਹ ਲੈਣਾ ਜਿਹਦੇ ਵਿੱਚ ਇੰਟਰਸਟ ਆ, ਰੁਚੀ ਆ, ਦਿਲਚਸਪੀ। ਹਾਂਜੀ, ਫਿਰ ਉਹ ਪੜ੍ਹਨਾ ਸੌਖਾ ਰਹਿੰਦਾ। ਹਾਂਜੀ, ਉਹ ਵੀ ਆਪਾਂ ਦੱਸਦੇ ਹਾਂ ਵੀ ਕਿਹੜੇ ਕਿਹੜੇ ਆਸਟ੍ਰੇਲੀਆ 'ਚ ਬੈਟਰ ਨੇ ਕੋਰਸ। ਠੀਕ ਹੈ ਜੀ, ਉਹ ਆਪਾਂ ਅੱਗੇ ਜਾ ਗੱਲ ਕਰਦੇ। ਤੇ ਜਿੱਥੇ ਆਪਾਂ ਜਿਹਨੂੰ ਲੈ ਕੇ ਤੁਹਾਡੇ ਵਰਗੇ ਸੱਜਣ ਕੋ ਜਾਣਾ ਵੀ ਸਾਨੂੰ ਵੀਜ਼ਾ ਲਵਾ ਦਿਓ ਜੀ ਅਸੀਂ ਪੜ੍ਹਨ ਜਾਣਾ, ਉਹਨਾਂ ਨੇ ਕੋਸ਼ਿਸ਼ ਕਰਨੀ ਹੈ ਕਿ ਨਹੀਂ ਬਈ ਉੱਥੇ ਆਹ ਕੋਰਸ ਵਧੀਆ ਐਸ ਕਾਲਜ ਜਾਂ ਯੂਨੀਵਰਸਿਟੀ ਜਾ ਜਿੱਥੇ ਉਹਨਾਂ ਨੂੰ ਕਮਿਸ਼ਨ ਵੱਧ ਮਿਲਦਾ। ਬਿਲਕੁਲ ਦਰੁਸਤ ਜੀ। ਠੀਕ ਹੈ ਜੀ। ਉੱਥੇ ਫਿਰ ਅਸੀਂ ਉਹਨਾਂ ਨਾਲ ਥੋੜੀ ਜਿਹੀ ਹਲਕੀ ਜਿਹੀ ਮਾਨਸਿਕ ਫਾਈਟ ਕਰਨੀ ਹੈ। ਪਹਿਲਾਂ ਹੀ ਪ੍ਰਿਪੇਅਰ ਹੋ ਕੇ ਜਾਓ ਜੀ ਉਹਦੇ ਲਈ, ਵੀ ਆਹੀ ਕਰਨੀ। ਅੱਜ ਕੱਲ੍ਹ ਮਤਲਬ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਵੀ ਜੇ ਬੈਚਲਰ ਆਫ ਨਰਸਿੰਗ ਕਰਨੀ ਆ ਫਲਿੰਡਰ ਯੂਨੀਵਰਸਿਟੀ ਦੇ ਵਿੱਚ, ਕੋਰਸ ਕੋਆਰਡੀਨੇਟਰ ਦਾ ਨਾਮ ਕੀ ਹੈ। ਠੀਕ ਹੈ। ਸਾਰਾ ਕੁਝ ਆਨਲਾਈਨ ਪਿਆ ਜੀ, ਆਪਾਂ ਯੂਨੀਵਰਸਿਟੀ ਸਰਚ ਕਰ ਲੈਣੀ ਹੈ ਪਹਿਲਾਂ। ਬਿਲਕੁਲ ਠੀਕ ਹੈ ਜੀ। ਉਹਦਾ ਕੋਰਸ ਕੋਆਰਡੀਨੇਟਰ ਕੌਣ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ। ਅਗਲੀ ਗੱਲ, ਤੁਸੀਂ ਇਹ ਗੱਲ ਆਖੀ ਹੈ ਕਿ ਉੱਥੇ ਜਾਣਾ ਚਾਹੇ ਕੈਨੇਡਾ ਚਾਹੇ ਆਸਟ੍ਰੇਲੀਆ ਜਿੱਥੇ ਆਬਾਦੀ ਘੱਟ ਹੈ, ਤਾਂ ਹੀ ਉਹ ਇਨਸੈਂਟਿਵ ਦੇਣਗੇ ਨੇ। ਹਾਂਜੀ, ਉਹਨਾਂ ਨੇ ਪਾਪੂਲੇਸ਼ਨ ਵਧਾਉਣੀ ਹੈ। ਇਹਨਾਂ ਮੁਲਕਾਂ ਨੇ ਉੱਥੇ ਪਾਪੂਲੇਸ਼ਨ ਹੋਰ ਤਰੀਕੇ ਨਾਲ ਵੱਧ ਨਹੀਂ ਰਹੀ ਜੀ। ਜੇ ਉੱਥੋਂ ਪੜੋਗੇ, ਜਿਵੇਂ ਹੁਣ ਸਾਊਥ ਆਸਟ੍ਰੇਲੀਆ ਨੇ ਤਾਂ ਸੈੱਲ ਕੀਤੀ ਹੈ ਐਤਕੀ ਪਹਿਲੀ ਵਾਰੀ। ਠੀਕ ਹੈ। ਐਜੂਕੇਸ਼ਨ ਵੀ ਇੱਥੇ ਪੱਕੇ ਹੋਵੋਗੇ। ਓਕੇ। ਫਸਟ ਟਾਈਮ ਦੇਖਿਆ ਮੈਂ ਪਿਛਲੇ 14 ਸਾਲਾਂ 'ਚ ਜੀ। ਆਸਟ੍ਰੇਲੀਆ ਦੇ ਵਿੱਚ ਨਹੀਂ ਤਾਂ ਸਟੂਡੈਂਟ ਵੀਜ਼ਾ ਇਹ ਕਹਿ ਕੇ ਲਿਆ ਜਾਂਦਾ ਵੀ ਅਸੀਂ ਵਾਪਸ ਆਵਾਂਗੇ। ਵਾਪਸ ਆਉਂਦਾ ਕੌਣ ਹੈ? ਹੋਣਾ ਤਾਂ ਪੱਕਾ ਹੀ ਹੁੰਦਾ, ਸਰਕਾਰ ਨੂੰ ਵੀ ਪਤਾ। ਪਰ ਇਸ ਵਾਰ ਡਿਊਰਿੰਗ ਕੋਵਿਡ, ਜਦੋਂ ਆਫਟਰ ਕੋਵਿਡ ਰਿਸਟ੍ਰਿਕਸ਼ਨਸ ਰਿਲੀਜ਼ ਹੋਈਆਂ, ਤਾਂ ਉਹਨਾਂ ਨੇ ਸਾਊਥ ਆਸਟ੍ਰੇਲੀਆ ਦੀ ਗਵਰਨਮੈਂਟ ਨੇ ਸੈੱਲ ਕੀਤੀ ਵੀ ਤੁਸੀਂ ਇੱਥੇ ਪੱਕੇ ਹੋਣ ਲਈ ਇਨਸੈਂਟਿਵ ਅਵੇਲੇਬਲ ਲੈ ਸਕਦੇ। ਅੱਛਾ, ਇੱਕ ਗੱਲ ਨਵਜੋਤ ਭਾਜੀ ਤੁਸੀਂ ਇਹ ਵੀ ਕਲੀਅਰ ਕਰ ਦਿੱਤਾ ਕਿ ਨਕਸ਼ਾ ਦੇਖਣ ਦੀ ਆਦਤ ਪਾਉਣੀ ਪਊਗੀ। ਜੇ ਹੁਣ ਸਾਨੂੰ ਕੈਨੇਡਾ ਦਾ ਜਾਂ ਆਸਟ੍ਰੇਲੀਆ ਦਾ ਨਕਸ਼ਾ ਪਤਾ, ਫਿਰ ਹੀ ਪਤਾ ਲੱਗੂ ਕੈਨਬਰਾ ਕਿੱਥੇ ਆ, ਐਡੀਲੇਡ ਕਿੱਥੇ ਆ, ਬ੍ਰਿਸਬਨ ਕਿੱਥੇ ਆ ਤੇ ਮੈਲਬਨ ਕਿੱਥੇ ਆ। ਤੇ ਸਾਨੂੰ ਬਹੁਤਿਆਂ ਨੂੰ ਹੁੰਦੀ ਨਹੀਂ ਆਦਤ
ਨਹੀਂ ਹੁੰਦੀ ਜੀ, ਜੀ। ਬਿਲਕੁਲ ਫਿਰ ਉਹਦੇ ਹਿਸਾਬ ਨਾਲ ਪਾਪੂਲੇਸ਼ਨ ਆ, ਗੂਗਲ ਕਰਕੇ ਨਕਸ਼ਾ ਕੱਢ ਲਓ, ਆਪੇ ਪਤਾ ਲੱਗਦਾ ਕਿੱਥੇ ਮੱਕੀ ਦੇ ਦਾਣੇ ਉਹਨਾਂ ਨੇ ਵੱਧ ਸਿੱਟੇ ਆ, ਲੋਕ ਵੱਧ ਨੇ। ਹਾਂਜੀ। ਅੱਛਾ, ਇੱਕ ਤੀਸਰੀ ਗੱਲ ਜਿਹੜੀ ਆ, ਮੈਂ ਫਿਰ ਉੱਥੇ ਆਉਣਾ ਕਿ ਤੁਸੀਂ ਕਿ ਹੱਥੀਂ ਕੰਮ ਕਰਨਾ ਆਉਣਾ ਬਹੁਤ ਜ਼ਰੂਰੀ ਹੈ। ਬਿਲਕੁਲ। ਹੁਣ ਮੰਨ ਲਓ ਜੇ ਕਿਸੇ ਦੇ ਘਰ ਦੇ ਵਿੱਚ ਤਾਂ ਹੋ ਸਕਦਾ ਕਿ ਨੌਕਰ ਚਾਕਰ ਵੀ ਹੋਣ, ਬੰਦਾ ਸਰਦੇ ਪੁੱਜਦੇ ਘਰੋਂ ਆ, ਜਾਂ ਕਈ ਵਾਰੀ ਮਾਂ ਵੀ ਕਹਿੰਦੀ ਹੁੰਦੀ ਨਾ ਮੇਰਾ ਪੁੱਤ ਨਾ ਮੇਰੀ ਧੀ, ਹੁਣ ਤਾਂ ਫਿਰ ਤੂੰ ਸਾਰੀ ਉਮਰ ਕੰਮ ਹੀ ਕਰਨਾ। ਉਹਦੇ ਲਈ ਇੱਕ ਵਾਰੀ ਫੇਰ ਜ਼ੋਰ ਦੇ ਦਿਓ ਕਿ ਭਾਈ ਕਿਹੜੇ ਕਿਹੜੇ ਕੰਮ ਕਰਨੇ ਆਉਣੇ ਚਾਹੀਦੇ ਆ, ਤਾਂ ਜੋ ਅਸੀਂ ਘੱਟੋ ਘੱਟ ਆਪਣਾ ਹੀ ਭਾਰ ਉੱਥੇ ਚੱਕ ਸਕੀਏ। ਮੈਨੂੰ ਇਹ ਲੱਗਦਾ ਬਾਈ ਜੀ ਵੀ ਜਿਹੜੇ ਬੱਚੇ ਘਰ ਦੇ ਕੰਮਾਂ 'ਚ ਹੱਥ ਵਟਾਉਂਦੇ ਆ ਜੀ, ਉਹ ਇੱਥੇ ਆ ਕੇ ਜਿਹੜੀਆਂ ਵੀ ਐਂਟਰੀ ਲੈਵਲ ਦੀਆਂ ਜੌਬਸ ਨੇ, ਕਲੀਨਿੰਗ ਹੋ ਗਈ, ਬਰਿਸਤਾ ਹੋ ਗਿਆ ਜੀ, ਜਾਂ ਡਰਾਈਵਿੰਗ ਵੀ ਲਾ ਲਓ, ਠੀਕ ਹੈ ਨਾ, ਜਾਂ ਤੁਸੀਂ ਪਹਿਲਾਂ ਤਾਂ ਲੇਬਰ ਜੌਬ ਵੀ ਕਰਦੇ ਹੋ, ਕਿਸੇ ਸਟੋਰ 'ਚ ਕੰਮ ਕਰਨਾ, ਡੱਬੇ ਢੋਣੇ ਆ ਜੀ, ਉਹ ਸੌਖੇ ਸੈੱਟ ਹੋ ਜਾਂਦੇ ਆ ਉਹਦੇ। ਠੀਕ ਹੈ ਜੀ। ਇੱਕ ਤਾਂ ਉਹਨਾਂ ਦਾ ਸਟੈਮਿਨਾ ਬਣਿਆ ਹੁੰਦਾ, ਦੂਜਾ ਉਹਨਾਂ ਨੂੰ ਐਂ ਲੱਗਦਾ ਕੰਮ ਹੀ ਨਹੀਂ, ਕਿਉਂਕਿ ਘਰੇ ਕਰਦੇ ਆਏ ਹੋਏ ਆ, ਫੋਨ ਕਰਦੇ ਕਰ ਲੈਣੇ। ਹਾਂ, ਫੋਨ ਇਹ ਘਰ ਦੇ ਕੰਮ ਹਾਂਜੀ, ਠੀਕ ਹੈ ਨਾ। ਜਿਹੜਾ ਦੂਜਾ ਫੋਨ ਕਰਦੇ ਵਾਲਾ ਕੰਮ ਤਾਂ ਫਿਰ ਕਸੂਤਾ ਹੋ ਜਾਂਦਾ। ਜਾਨੀ ਮੰਮੀ ਨੂੰ ਇਹ ਪੁੱਛ ਕੇ ਨਹੀਂ, ਮੰਮੀ ਹੁਣ ਮੈਂ ਪੱਤੀ ਕਦੋਂ ਪਾਵਾਂ ਤੇ ਦੁੱਧ ਕਦੋਂ ਪਾਵਾਂ ਚਾਹ ਚ, ਉਹ ਨਹੀਂ ਪੁੱਛਣਾ ਪੈਣਾ, ਪੁੱਛਣ ਦੀ ਲੋੜ ਹੋਣੀ ਨਹੀਂ ਚਾਹੀਦੀ। ਹਾਂਜੀ, ਤੁਹਾਨੂੰ ਬੇਸਿਕ ਚੀਜ਼ਾਂ ਹੁੰਦੀਆਂ ਹੋਣੀਆਂ ਚਾਹੀਦੀਆਂ ਨੇ। ਠੀਕ ਹੈ। ਦੂਜੀ ਚੀਜ਼, ਜਦੋਂ ਵੀ ਇਸ ਮੁਲਕ 'ਚ ਆਉਂਦੇ ਹੋ, ਇਹਨਾਂ ਮੁਲਕਾਂ ਦੇ ਵਿੱਚ ਤੁਸੀਂ ਆਉਂਦੇ ਹੋ, ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਸਭ ਤੋਂ ਪਹਿਲਾਂ ਪਬਲਿਕ ਟਰਾਂਸਪੋਰਟ ਯੂਜ਼ ਕਿੱਦਾਂ ਕਰਨੀ ਹੈ। ਉੱਥੋਂ ਆਉਣ ਤੋਂ ਪਹਿਲਾਂ ਹੀ ਪਤਾ ਪਤਾ ਹੋਣਾ ਚਾਹੀਦਾ ਵੀ ਕਿਹੜੀ ਟਿਕਟ ਕਿੱਥੋਂ ਲੈਣੀ। ਜਿਵੇਂ ਮੈਂ ਇੱਥੇ ਵੈਨਕੂਵਰ ਆਇਆ, ਨਹੀਂ ਉਹ ਤਾਂ ਫਿਰ ਮਾਸੀ ਦੱਸੂ ਨਾ ਜੇ ਰਹਿੰਦੀ ਹੋਊਗੀ, ਕਿ ਕੋਈ ਲੋੜ ਹੀ ਨਹੀਂ, ਗੂਗਲ ਮਾਸੀ ਦੱਸਦੀ ਹੈ ਜੀ। ਅੱਜ ਕੱਲ ਗੂਗਲ ਹੀ ਮਾਸੀ ਹੈ ਸਾਰਿਆਂ। ਠੀਕ ਹੈ ਜੀ। ਤੁਸੀਂ ਆਪਦੇ 15 ਮਿੰਟ ਲਾਓਗੇ। ਜਿਵੇਂ ਹੁਣ ਮੈਂ ਵੈਨਕੂਵਰ ਆਇਆ, ਪਿਛਲੀ ਵਾਰੀ ਜਦੋਂ ਆਇਆ ਸੀ ਇੱਥੇ ਸਿਸਟਮ ਚੇਂਜ ਹੋ ਗਿਆ। ਮੈਂ ਜਹਾਜ਼ 'ਚ ਬੈਠੇ ਨਹੀਂ ਦੇਖ ਲਿਆ ਵੀ ਸਕਾਈ ਟ੍ਰੇਨ ਕਿੱਥੋਂ ਲੈਣੀ ਆ, ਕਿਹੜਾ ਕਾਰਡ ਆ, ਕਿੰਨੇ ਦਾ ਟਿਕਟ ਆ, ਕਿੱਥੇ ਜਾਣਾ, ਕਿਵੇਂ ਜ਼ੋਨ ਨੇ। ਤਾਂ ਉਹਦੇ ਨਾਲ ਚੱਕਰ ਕੀ ਹੁੰਦਾ, ਦੁਨੀਆ ਜਦੋਂ ਤੁਸੀਂ ਘੁੰਮ ਫਿਰ ਕੇ ਦੇਖਦੇ ਹੋ, ਇੱਕ ਤਾਂ ਸਸਤਾ ਸੌਦਾ, ਠੀਕ ਹੈ, ਸਟੂਡੈਂਟ ਨੂੰ ਉਹਦੇ ਵਿੱਚ ਕੰਸੈਸ਼ਨ ਬਹੁਤ, $2-3 ਦੇ ਵਿੱਚ ਤੁਸੀਂ ਚਾਹੇ ਪੂਰੇ ਮੈਲਬਨ ਦਾ ਚੱਕਰ ਕੱਢ ਲਓ। ਜੇ ਤੁਸੀਂ 2 ਘੰਟਿਆਂ ਦੇ ਵਿੱਚ ਉੱਥੇ ਪਹੁੰਚ ਜਾਂਦੇ ਹੋ, $5 ਲੱਗਣਗੇ, ਉਹ ਸੌਖਾ। ਪਲੱਸ ਕੋਸ਼ਿਸ਼ ਕਰੋ ਆਪ ਕਮਿਊਨੀਕੇਟ ਕਰਨ ਦੀ। ਠੀਕ ਹੈ। ਪਹਿਲਾਂ ਤੁਹਾਨੂੰ ਲੱਗਦਾ ਵੀ ਅੰਗਰੇਜ਼ੀ ਇੱਕ ਬਹੁਤ ਵੱਡੀ ਚੀਜ਼ ਹੈ, ਠੀਕ ਹੈ, ਪਰ ਇਹ ਮੰਨ ਕੇ ਆਓ ਵੀ ਇਹ ਇੱਕ ਮੀਡੀਅਮ ਆਫ ਇੰਸਟਰਕਸ਼ਨ ਹੀ ਆ ਫॉर all basic things। ਠੀਕ ਹੈ। ਜਦੋਂ ਅਕੈਡਮਿਕਲੀ ਦੇਖਦੇ ਆ ਉਦੋਂ ਲੈਂਗੁਏਜ ਦੀ ਲੋੜ ਪੈਂਦੀ ਆ, ਪਰ ਅਦਰਵਾਈਜ਼ ਤਾਂ ਤੁਸੀਂ ਜਿੰਨਾ ਕੌਨਫੀਡੈਂਟਲੀ ਬੋਲੋਗੇ ਜੀ, ਕ੍ਰਾਸ ਕਲਚਰਲ ਬੋਲੋਗੇ, ਆਪ ਇਕੱਲੇ ਜਾਓਗੇ, ਤੁਹਾਡੇ ਨਾਲ ਕੋਈ ਤੁਹਾਡਾ ਵੀਰ ਭੈਣ ਨਹੀਂ ਹੈਗਾ ਜੀ, ਚਲੋ ਇੱਕ ਵਾਰੀ ਤੁਸੀਂ ਰਾਹ ਰੂ ਭੁੱਲੋਗੇ ਕੋਈ ਚੱਕਰ ਨਹੀਂ, ਪਰ ਸਿੱਖ ਜਾਓਗੇ। ਜਿੱਥੇ ਜਾਣਾ ਤੁਸੀਂ, ਜੇ ਕਿਤੇ ਲਿਖਿਆ ਵੀ ਆਰ ਹਾਇਰਿੰਗ, ਇੱਕ ਵਾਰੀ ਉਹਨਾਂ ਨਾਲ ਗੱਲ ਕਰਿਓ ਵੀ ਕਿੱਦਾਂ ਦਾ ਤੁਹਾਨੂੰ ਚਾਹੀਦਾ ਜੀ, ਫਿਰ ਅਗਲੇ ਦਿਨ ਉਹੋ ਜਿਹਾ ਰੈਜ਼ੂਮੇ ਬਣਾ ਕੇ ਲੈ ਕੇ ਜਾਓ ਵੀ ਆਹ ਮੈਨੂੰ ਕੰਮ ਆਉਂਦਾ। ਜਾਂ ਜੇ ਤੁਹਾਨੂੰ ਕੰਮ ਨਹੀਂ ਆਉਂਦਾ, ਜਿਹੜਾ ਕੋਈ ਸੱਜਣ ਮਿੱਤਰ ਤੁਹਾਡਾ ਉਦਾਂ ਦਾ ਕੰਮ ਕਰਦਾ, ਉਹਨੂੰ ਪੁੱਛ ਲਓ ਵੀ ਇਹ ਕੰਮ ਕਿੱਦਾਂ ਦਾ ਹੁੰਦਾ ਜੀ। ਮਤਲਬ ਸਿੱਖ ਕੇ ਜੌਬ ਅਪਲਾਈ ਕਰੋ, ਥੋੜਾ ਬਹੁਤਾ ਨੌਕਰੀ ਮਿਲ ਜਾਂਦੀ ਹੈ। ਇੱਥੇ ਤੱਕ ਬੱਚਾ ਹੁਣ ਆਪਾਂ ਇੱਥੇ ਪਹੁੰਚਾਤਾ ਹੀ, ਚਾਹੇ ਕੈਨੇਡਾ ਤੇ ਚਾਹੇ ਆਸਟ੍ਰੇਲੀਆ। ਉਹਦੇ ਤੋਂ ਬਾਅਦ ਤੁਸੀਂ ਕਿਹਾ ਸੀ ਕਿ ਵੱਖ-ਵੱਖ ਭਾਈਚਾਰਿਆਂ ਦੇ ਲੋਕਾਂ ਨੂੰ ਮਿਲਣਾ ਚਾਹੀਦਾ। ਹਾਂਜੀ। ਆਪਣੀ ਕੋਸ਼ਿਸ਼ ਹੁੰਦੀ ਹੈ ਕਿ ਆਪਾਂ ਰਹਿਣਾ ਵੀ ਉਹਨਾਂ ਨਾਲ ਜਿੱਥੇ ਆਪਣੇ ਆ, ਹਾਂਜੀ, ਕੰਮ ਵੀ ਆਪਣਿਆਂ 'ਚ ਹੋਵੇ। ਹਾਂਜੀ। ਤੇ ਚੰਗੀ ਗੱਲ ਹੀ ਹੈ, ਬਾਕੀਆਂ ਨੂੰ ਕਿਉਂ ਮਿਲਣਾ ਉਹ ਦੱਸੋ। ਉਹਦਾ ਰੀਜ਼ਨ ਇਹ ਹੈ ਜੀ, ਫੋਰ ਐਗਜ਼ਾਮਪਲ ਕੋਈ ਬੈਚਲਰ ਆਫ ਸਿਵਲ ਇੰਜੀਨੀਅਰਿੰਗ ਕਰਨ ਆ ਗਿਆ, ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਲਾ ਲਓ ਜਾਂ ਯੂਨੀਵਰਸਿਟੀ ਆਫ ਮੈਲਬਨ ਲਾ ਲਓ, ਮੋਨੈਸ਼ ਨਹੀਂ, ਕਿਤੇ ਵੀ ਆ ਗਿਆ, ਉੱਥੇ ਤੁਹਾਨੂੰ ਹੁਣ ਕੈਨੇਡਾ ਆਸਟ੍ਰੇਲੀਆ ਦੇ ਚੱਕਰ ਹੈ, ਇੱਥੇ 200 ਮੁਲਕਾਂ ਦੇ ਜਵਾਕ ਪੜ੍ਹਦੇ ਜੀ, ਠੀਕ ਹੈ। ਜਦੋਂ ਤੁਸੀਂ ਪੜ੍ਹਦੇ ਹੋ, ਹਰੇਕ ਇੱਕ ਡਿਫਰੈਂਟ ਐਜੂਕੇਸ਼ਨ ਸਿਸਟਮ 'ਚੋਂ ਆਇਆ ਹੋਇਆ ਜੀ, ਠੀਕ ਹੈ। ਆਪਣੇ ਜਿਹੜੇ ਬੱਚੇ ਨੇ ਉਹਨਾਂ ਨੂੰ ਇਹ ਚੀਜ਼ ਦਾ ਨਹੀਂ ਪਤਾ ਹੈਗਾ ਵੀ ਇੱਥੇ ਟੀਚਰ ਹੋਊਗਾ ਨਹੀਂ ਹੈਗੇ, ਜਾਂ ਪੀਅਰ ਸਪੋਰਟ ਹੈ ਜਿਹੜੀ ਤੁਹਾਡੀ ਅਵੇਲੇਬਲ ਆ। ਪੀਅਰ ਮਤਲਬ ਤੁਹਾਡੇ ਕਲਾਸਮੇਟ ਜੀ। ਉਦੋਂ ਬਾਅਦ ਤੁਸੀਂ ਆਉਣ ਸਾਰ ਪਹਿਲਾਂ ਤਾਂ ਇਹ ਦੇਖਣਾ ਵੀ ਸਾਡੀ ਯੂਨੀਵਰਸਿਟੀ ਦੇ ਵਿੱਚ ਸਟੂਡੈਂਟ ਸਰਵਿਸਿਜ਼ 'ਚ ਫੈਸਿਲਿਟੀਆਂ ਕਿਹੜੀਆਂ ਨੇ। ਅੱਛਾ, ਜਦੋਂ ਆਪਾਂ ਪਹਿਲਾਂ ਉੱਥੇ ਪੈਰ ਰੱਖਿਆ, ਆਪਣੀ ਯੂਨੀਵਰਸਿਟੀ ਕਾਲਜ ਗਏ ਆ, ਤਾਂ ਫੈਸਿਲਿਟੀ ਦੇਖਣੀ ਆ। ਸਭ ਤੋਂ ਪਹਿਲਾਂ ਤਾਂ ਜੀ ਓਰੀਐਂਟੇਸ਼ਨ ਵੀਕ ਆ ਜਿਹੜਾ, ਉਹ ਧਿਆਨ ਨਾਲ ਅਟੈਂਡ ਕਰਨਾ ਜ਼ਰੂਰੀ ਹੈ, ਜਿਹਨੂੰ ਅਸੀਂ ਸਕਿਪ ਕਰ ਦਿੰਦੇ ਆ ਜ਼ਿਆਦਾਤਰ ਜੀ, ਕਿਉਂਕਿ ਆਪਾਂ ਨੂੰ ਐਂ ਲੱਗਦਾ ਪਹਿਲਾਂ ਕੰਮ ਲੱਭ ਲਈ ਜੀ, ਉਹ ਨਹੀਂ ਮਿਸ ਕਰਨਾ। ਠੀਕ ਹੈ। ਉੱਥੇ ਸਾਰਾ ਕੁਝ ਦੱਸਿਆ ਜਾਂਦਾ ਵੀ ਤੁਹਾਨੂੰ ਕੀ ਫੈਸਿਲਿਟੀਆਂ ਅਵੇਲੇਬਲ ਨੇ, ਜ਼ਿਆਦਾਤਰ ਉਹ ਫ੍ਰੀ ਹੁੰਦੀਆਂ ਨੇ। ਠੀਕ ਹੈ। ਠੀਕ ਹੈ। ਫਿਰ ਤੁਹਾਡਾ ਸਟੂਡੈਂਟ ਐਡਵਾਈਜ਼ਰ ਕੌਣ ਆ, ਕਾਉਂਸਲਰ ਕੌਣ ਆ, ਕਈ ਵਾਰੀ ਇੰਗਲਿਸ਼ ਲੈਂਗੁਏਜ ਦੇ ਮੈਂਟੋਰ ਵੀ ਹੁੰਦੇ। ਠੀਕ ਹੈ। ਉਹ ਚੀਜ਼ਾਂ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਨੇ। ਲਾਇਬ੍ਰੇਰੀ ਕਿੱਥੇ ਆ, ਕਈ ਸ਼ਹਿਰਾਂ ਦੇ ਵਿੱਚ ਸਾਈਕਲ ਅਵੇਲੇਬਲ ਨੇ। ਠੀਕ ਹੈ। ਵੀ ਤੁਸੀਂ ਇੱਧਰ ਉੱਧਰ ਜਾਣਾ, ਸਿੱਕਾ ਪਾਓ, ਸਾਈਕਲ ਲੈ ਕੇ ਚਲੇ ਜਾਓ। ਇਹ ਚੀਜ਼ਾਂ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ, ਕਿਉਂਕਿ ਇਹਨਾਂ ਮੁਲਕਾਂ ਦੇ ਵਿੱਚ ਬਾਈ ਜਿਹੜੀ ਗੱਲ ਮੈਂ ਸਿੱਖੀ ਆ ਜੀ, ਸਮਾਂ ਹੀ ਆ ਤੁਹਾਡਾ। ਜਿੰਨਾ ਸਮਾਂ ਬਚਾ ਲਿਆ ਉਹਨੂੰ ਤੁਸੀਂ ਕੰਸਟਰਕਟਿਵਲੀ ਕਿਸੇ ਪਾਸੇ ਲਾ ਲਿਆ। ਇੱਕ ਦੂਜੇ ਨਾਲ ਭਾਈਚਾਰੇ ਨਾਲ ਵਿਚਰਨ ਦਾ ਤਾਂ ਮਤਲਬ ਆ ਕਿਉਂਕਿ ਤੁਹਾਡਾ ਕੰਪੀਟੀਸ਼ਨ ਜੌਬ ਦੇ ਲਈ ਉਹ 200 ਕੰਟਰੀ ਦੇ ਜਵਾਕਾਂ ਨਾਲ ਆ। ਇਕੱਲੇ ਪੰਜਾਬੀਆਂ ਦਾ ਤਾਂ ਆਪਾਂ ਨੂੰ ਪਤਾ ਹੀ ਹੈ, ਜਿਹੜਾ ਆਪਣਾ ਬੈਕਗ੍ਰਾਉਂਡ ਐਜੂਕੇਸ਼ਨ ਵਾਲੀ। ਦੂਜਿਆਂ ਦਾ ਆਪਾਂ ਨੂੰ ਤਾਂ ਪਤਾ ਲੱਗਣਾ ਜਦੋਂ ਉਹਨਾਂ ਨਾਲ ਵਿਚਰਾਂਗੇ, ਜਦੋਂ ਉਹਨਾਂ ਨਾਲ ਬੈਠ ਕੇ ਕਾਫੀ ਪੀਵਾਂਗੇ, ਜਾਂ ਉਹਨਾਂ ਨਾਲ ਕੋਈ ਟਿਊਟੋਰੀਅਲ ਦੇ ਵਿੱਚ ਬੈਠ ਕੇ ਗੱਲਬਾਤ ਕਰਾਂਗੇ। ਹੋ ਸਕਦਾ ਤੁਹਾਨੂੰ ਕੋਈ ਇਹੋ ਜਿਹੀ ਚੀਜ਼ ਦੱਸ ਜਾਣ ਜਿਹੜੀ ਆਪਾਂ ਨੂੰ ਪਹਿਲਾਂ ਨਾ ਪਤਾ ਹੋਵੇ। ਠੀਕ ਹੈ। ਜਾਂ ਜਿਵੇਂ ਹੁਣ ਚਾਈਨਾ ਜਾਂ ਸਿੰਗਾਪੁਰ ਜਾਂ ਵੀਅਤਨਾਮ ਜਾਂ ਮਲੇਸ਼ੀਆ ਤੋਂ ਜਿਹੜੇ ਸਟੂਡੈਂਟ ਆਉਂਦੇ ਆ ਜੀ, ਉਹ ਸਟੂਡੈਂਟ ਮੈਨੂੰ ਇਹ ਲੱਗਦਾ
ਸਾਡੇ ਨਾਲੋਂ ਜ਼ਿਆਦਾ ਸਿੱਖੇ ਹੁੰਦੇ ਆ ਪਹਿਲਾਂ ਹੀ। ਜਿਹੜਾ ਕੰਮ ਤੁਸੀਂ ਅੱਧੇ ਘੰਟੇ ਸਰਚ ਕਰਨੇ ਨੂੰ ਤੁਹਾਨੂੰ 2 ਮਿੰਟ ਦੱਸ ਦੇਣਾ। ਉੱਥੇ WhatsApp ਗਰੁੱਪ ਬਣੇ ਹੋਏ ਨੇ, ਤੁਸੀਂ ਟੀਚਰ ਨੂੰ ਮੇਲ ਕਰ ਦਿਓ, ਟਿਊਟਰ ਕੌਣ ਆ ਤੁਹਾਡਾ, ਪ੍ਰੋਫੈਸਰ ਕੌਣ ਆ, ਲੈਕਚਰਰ ਕੌਣ ਆ। ਇਹ ਚੀਜ਼ਾਂ ਮੇਰੇ ਹਿਸਾਬ ਨਾਲ ਪਹਿਲਾਂ ਹੀ ਹੋ ਜਾਣੀਆਂ ਚਾਹੀਦੀਆਂ ਨੇ ਜੀ। ਹਾਂਜੀ, ਫਿਰ ਮੈਂ ਬ੍ਰੇਕ ਲਾਉਣ ਲੱਗਾ। ਮੇਲ ਕਰਦਾ ਤੁਸੀਂ ਤਾਂ 1.5 ਸਕਿੰਟ ਲਾਇਆ ਜੀ। ਹੁਣ ਈਮੇਲ ਕਰਨਾ ਆਪਾਂ ਤਾਂ ਉੱਥੇ ਆਪਾਂ ਨੂੰ 5-6 ਅਰਜ਼ੀਆਂ ਆਉਂਦੀਆਂ, ਫੀਸ ਮਾਫੀ ਦੀ, ਜ਼ਰੂਰੀ ਕੰਮ ਦੀ, ਤਾਂ ਜਾਂ ਜਨਮ ਦਿਨ ਦੇ ਮੌਕੇ ਦੇ ਉੱਤੇ ਘੜੀ ਭੇਜੀ ਚਾਚਾ ਜੀ ਨੇ ਤਾਂ ਉਹਨਾਂ ਦਾ ਧੰਨਵਾਦੀ ਚਿੱਠੀ ਲਿਖਣੀ ਆ। ਹਾਂਜੀ। ਹੁਣ ਈਮੇਲ ਇੱਥੇ ਤਾਂ ਆਮ ਤੌਰ 'ਤੇ ਹੁੰਦਾ ਜੀ ਹਰ ਇੱਕ ਗੱਲ ਈਮੇਲ ਕਰ ਦਿਓ। ਹੁਣ ਬੱਚੇ ਨੂੰ ਤਾਂ ਈਮੇਲ ਉਸ ਤਰੀਕੇ ਨਾਲ ਲਿਖਣੀ ਆਉਂਦੀ ਕਿ ਨਹੀਂ ਆਉਂਦੀ, ਹੁਣ ਉੱਥੇ ਬੱਚਾ ਕੀ ਕਰੇ? ਕੋਈ ਦਿੱਕਤ ਨਹੀਂ ਜੀ, ਜਿੱਦਾਂ ਤੁਹਾਨੂੰ ਆਉਂਦੀ ਹੈ ਤੁਸੀਂ ਉੱਦਾਂ ਲਿਖ ਦਿਓ। ਠੀਕ ਹੈ। ਜਿਹੜੇ ਜ਼ਿਆਦਾਤਰ ਟੀਚਰ ਨੇ, ਮੈਂ ਵੀ ਤੁਮੀ ਸੀ ਉਵੇਂ ਸੀ, ਜਦੋਂ ਮੈਂ ਆਇਆ ਅਸੀਂ ਡਿਗਰੀ ਕਰਕੇ ਆਏ ਹਾਂ, ਉੱਥੇ ਐਡਾ ਕੰਪਿਊਟਰ ਯੂਜ਼ ਕਰਨਾ ਸਾਨੂੰ ਵੀ ਨਹੀਂ ਸੀ ਆਉਂਦਾ। ਠੀਕ ਹੈ। ਜਦੋਂ ਮੈਂ ਮਨੈਸ਼ ਯੂਨੀਵਰਸਿਟੀ ਪੜ੍ਹਨ ਲੱਗਿਆ, ਬਸ ਇੰਨਾ ਕੌਨਫੀਡੈਂਸ ਸੀਗਾ ਵੀ ਟੀਚਰ ਨੂੰ ਮਿਲਣਾ ਜਾ ਕੇ, ਉਦੋਂ ਮਿਲਣਾ ਹੀ ਹੁੰਦਾ ਸੀ। ਹੁਣ ਈਮੇਲ ਕਰ ਦਈਦੀ ਹੈ ਜੀ। ਠੀਕ ਹੈ ਨਾ, ਜਿੱਦਾਂ ਵੀ ਤੁਹਾਨੂੰ ਆਉਂਦੀ ਹੈ ਤੁਸੀਂ ਮੇਲ ਕਰ ਦਿਓ। ਬਾਕੀ ਜੇ ਤੁਹਾਨੂੰ ਐਂ ਲੱਗਦਾ ਵੀ ਈਮੇਲ ਮੈਨੂੰ ਲਿਖਣੀ ਨਹੀਂ ਆਉਂਦੀ, ਉਹ ਤਾਂ ਤੁਸੀਂ ਗੂਗਲ ਤੇ ਸਰਚ ਮਾਰੋ ਹਾਊ ਟੂ ਰਾਈਟ ਐਨ ਇਫੈਕਟਿਵ ਈਮੇਲ। ਠੀਕ ਹੈ। 5 ਮਿੰਟ 'ਚ ਪਤਾ ਲੱਗ ਜਾਣਾ ਵੀ ਕਿਵੇਂ ਸੰਬੋਧਨ ਕਰਨਾ, ਕੀ ਬੋਡੀ 'ਚ ਲਿਖਣਾ, ਕੀ ਐਂਡ ਕਰਨਾ। ਆਪਣੀ ਬੈਕਗ੍ਰਾਉਂਡ ਦੱਸ ਦਿਓ ਤੇ ਖੁੱਲ੍ਹ ਕੇ ਦੱਸ ਦਿਓ, ਉੱਥੇ ਲੁਕੋਵੋ ਨਾ, ਉੱਥੇ ਛਾਓ ਨਾ ਜੀ। ਕਿਉਂਕਿ ਜਿਹੜਾ ਪ੍ਰੋਫੈਸਰ ਆ ਉਹ ਤਾਂ ਪਹਿਲਾਂ ਹੀ ਪ੍ਰੋਫੈਸਰ ਆ ਜੀ। ਉਹਨੂੰ ਇਹ ਦੱਸ ਦਿਓ ਵੀ ਮੇਰੀ ਆਹ ਬੈਕਗ੍ਰਾਉਂਡ ਆ ਜੀ, ਮੈਂ ਉਤਸੁਕ ਹਾਂ ਪੜ੍ਹਨ ਦੇ ਲਈ, ਮੇਰਾ ਪ੍ਰਾਇਮਰੀ ਮੋਟਿਵ ਪੜ੍ਹਾਈ ਆ ਜੀ, ਤੇ ਮੈਨੂੰ ਹੋ ਸਕਦਾ ਐਜ਼ ਕੰਪੇਅਰ ਟੂ ਅਦਰ ਪੀਅਰਸ, ਦੂਜੇ ਸਟੂਡੈਂਟਸ ਨਾਲੋਂ ਮੈਨੂੰ ਜ਼ਿਆਦਾ ਲੋੜ ਪਵੇ ਜੀ ਅਸਿਸਟੈਂਸ ਦੀ। ਉਹ ਜ਼ਿਆਦਾਤਰ ਜੀ ਸਟੂਡੈਂਟ ਜਿਹੜੇ ਟੀਚਰ ਨੇ ਨਾ, ਉਹ ਵਧੀਆ ਹੀ ਹੁੰਦੇ ਆ। ਇਦਾਂ ਨਹੀਂ ਸਮਝਦੇ ਵੀ ਇਹ ਨਲਾਇਕ ਬੱਚਾ ਭਾਈ, ਨਾ ਬਿਲਕੁਲ ਨਹੀਂ, ਬਿਲਕੁਲ ਨਹੀਂ। ਕਿਉਂਕਿ ਉਹਨਾਂ ਦੇ ਕੋਲ ਸਟੈਟਿਸਟਿਕਸ ਹੈਗੇ ਨੇ ਵੀ ਹੁਣ ਆਸਟ੍ਰੇਲੀਆ ਦੇ ਵਿੱਚ ਤਾਂ ਇਹ ਆ ਵੀ ਜੇ ਪਰਫਾਰਮੈਂਸ ਦੀ ਗੱਲ ਕਰੀਏ, ਡੋਮੈਸਟਿਕ ਤੇ ਇੰਟਰਨੈਸ਼ਨਲ ਦਾ 1-2% ਦਾ ਹੀ ਫਰਕ ਹੈ। ਡੋਮੈਸਟਿਕ ਮਤਲਬ ਉਹਨਾਂ ਕੋਲ ਤਾਂ ਸਾਰੀਆਂ ਫੈਸਿਲਿਟੀਆਂ ਨੇ, ਉਹ ਤਾਂ ਉੱਥੇ ਹੀ ਪੜ੍ਹ ਕੇ ਆਉਂਦੇ ਆ। ਆਪਣੇ ਵਾਲੇ ਬੱਚੇ ਮਿਹਨਤ ਵੱਧ ਕਰਦੇ, ਬਿਲਕੁਲ ਠੀਕ, ਤੇ ਇਸ ਕਰਕੇ ਉੱਥੇ ਹੀ ਚਲੇ ਜਾਂਦੇ ਕੰਮ ਕਰਕੇ ਵੀ। 1-2% ਹੀ ਰਿਜ਼ਲਟ ਦਾ ਫਰਕ ਆ, ਠੀਕ ਹੈ। ਇਸ ਕਰਕੇ ਟੀਚਰ ਨੂੰ ਤਾਂ ਇਹ ਹੁੰਦਾ, ਇਹ ਗੱਲ ਮੰਨ ਕੇ ਚੱਲੋ ਵੀ ਜਿਹੜੀਆਂ ਇੱਥੇ ਯੂਨੀਵਰਸਿਟੀਜ਼ ਨੇ ਜੀ, ਕੈਨੇਡਾ ਹੋ ਗਿਆ ਚਾਹੇ ਆਸਟ੍ਰੇਲੀਆ ਹੋ ਗਿਆ, ਇਹ ਸਰਵਾਈਵ ਇੰਟਰਨੈਸ਼ਨਲ ਸਟੂਡੈਂਟ ਕਰਕੇ ਕਰਦੀਆਂ ਜੀ। ਉਹਨਾਂ ਨੂੰ ਵੱਡੇ ਪੱਧਰ ਤੇ ਦੱਸਿਆ ਜਾਂਦਾ, ਟੀਚਰ ਨੂੰ ਵੀ ਪਤਾ ਹੈ ਮੇਰੀ ਤਨਖਾਹ ਦਾ ਵੱਡਾ ਹਿੱਸਾ ਇੱਥੋਂ ਆਉਂਦਾ, ਇਹਦੀ ਫੀਸ ਤੋਂ ਆਉਣੀ। ਬਿਲਕੁਲ, ਮਤਲਬ ਕਿ ਉਹ ਇਹ ਨਾ ਸੋਚੋ ਵੀ ਟੀਚਰ ਹੋਊਗਾ, ਨਾ 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 ਜੀ, ਉਹ ਤਾਂ ਬਹੁਤ ਜ਼ਿਆਦਾ ਹੈਲਪਫੁਲ ਨੇ। ਉਹ ਤੁਹਾਨੂੰ ਆਊਟ ਆਫ ਦਾ ਵੇ ਜਾ ਕੇ ਵੀ ਹੈਲਪ ਕਰਦੇ ਆ। ਕੋਈ ਇੱਕ ਅੱਧਾ ਹੁੰਦਾ ਜਿਹੜਾ ਕੰਮ ਚੋਰ ਹੋਵੇ, ਪਰ ਮੇਰੇ ਐਕਸਪੀਰੀਅੰਸ ਦੇ ਵਿੱਚ ਜਿੰਨਾ ਕਿ ਮੈਂ ਪੜ੍ਹਾਈ ਕੀਤੀ ਆਸਟ੍ਰੇਲੀਆ ਦੇ ਵਿੱਚ ਜੀ, ਜ਼ਿਆਦਾਤਰ ਚੰਗੀ ਸੀ। ਹਾਂਜੀ। ਅੱਛਾ ਨਵਜੋਤ ਭਾਜੀ, ਇੱਕ ਚੀਜ਼ ਹੋਰ ਕਲੀਅਰ ਕਰਨ ਦੀ ਕੋਈ, ਇਹ ਤਾਂ ਹੋ ਗਿਆ ਅੰਦਰ ਜਿਹੜਾ ਵਿਦਿਅਕ ਅਦਾਰੇ ਦੇ ਅੰਦਰ। ਹਾਂਜੀ। ਸਾਡੇ ਬੱਚੇ ਜਾਂ ਬੱਚੀਆਂ, ਹਾਂਜੀ, 12ਵੀਂ ਜਮਾਤ ਕਰਕੇ ਇੱਥੇ ਆਉਣਾ ਹੈ, ਬਹੁਤ ਦਿੱਕਤਾਂ ਹੁੰਦੀਆਂ। ਉਹ ਬੱਚੇ ਜਾਂ ਬੱਚੀਆਂ ਜਿਹੜੇ ਨੇ, ਉਹਨਾਂ ਨੇ ਰਹਿਣਾ ਵੀ ਆ। ਹਾਂਜੀ। ਜਿੱਥੇ ਰਹਿਣਾ ਹੋ ਸਕਦਾ ਉਹ ਨਿਆਣੇ ਉਹਨਾਂ ਨੂੰ ਜਾਣਦੇ ਵੀ ਨਾ ਹੋਣ। ਹਾਂਜੀ। ਹੋ ਸਕਦਾ ਕਿਸੇ ਹੋਰ ਸੂਬੇ ਦੇ ਹੋਣ ਭਾਰਤ ਤੋਂ, ਜਾਂ ਹੋਰ ਕੰਟਰੀ ਦੀ ਬੱਚੀ ਵੀ, ਜਿੱਥੇ ਕੁੜੀਆਂ ਮੰਨ ਲਓ 4 ਇਕੱਠੀਆਂ ਆਈਆਂ, ਮੁੰਡਿਆਂ 'ਚ ਵੀ ਇੱਦਾਂ ਹੀ। ਫਿਰ ਕੰਮ ਤੇ ਵੀ ਜਾਣਾ। ਹਾਂਜੀ। ਕੰਮ ਤੇ ਜਾਣਾ, ਆਪਣਾ ਜਿਹੜਾ ਬੌਸ ਹੈ, ਕੰਮ ਵਾਲਾ ਓਨਰ ਹੈ, ਹਾਂਜੀ, ਉਹਦੇ ਨਾਲ ਵੀ ਤੁਹਾਡੇ ਜਿਹੜੇ ਉਹ ਕਿੱਦਾਂ ਦੇ ਸੰਬੰਧ, ਹੁਣ ਡਿਸਟੈਂਸ ਕਿੰਨਾ ਕੁ ਰੱਖਣਾ, ਨਜ਼ਦੀਕੀਆਂ ਕਿੰਨੀਆਂ ਕੁ ਰੱਖਣੀਆਂ, ਕੰਮ ਤੇ ਜਾਂਦੇ ਹੋ ਤਾਂ ਉਹਨਾਂ ਦੇ ਨਾਲ ਕਿੱਦਾਂ ਵਿਹਾਰ ਕਰਨਾ, ਆਪਣੇ ਸਰਕਲ 'ਚ ਕਿੱਦਾਂ ਵਿਚਰਨਾ, ਮੈਨੂੰ ਲੱਗਦਾ ਕਿ ਉਹ ਵੀ ਇੱਕ ਬਹੁਤ ਵੱਡੀ ਪੱਧਰ ਦੇ ਉੱਤੇ ਗਾਈਡੈਂਸ ਦੀ ਲੋੜ ਹੋਣੀ ਚਾਹੀਦੀ ਹੈ। ਹੁਣ ਮੈਂ ਤੁਹਾਨੂੰ ਇੱਥੇ ਦੱਸਦਾ ਜੀ, ਜਦੋਂ ਦਾ ਮੈਂ ਕੈਨੇਡਾ ਦੇ ਵਿੱਚ ਪੈਰ ਰੱਖਿਆ ਜੀ ਪਿਛਲੇ ਵੀਕਐਂਡ ਤੇ, ਇੱਥੇ ਆ ਕੇ ਮੈਨੂੰ ਇੱਕ ਵੱਡਾ ਡਿਫਰੈਂਸ ਪਤਾ ਲੱਗਿਆ ਜਿਹੜਾ ਪੋਜ਼ਿਟਿਵ ਆ। ਇੱਥੇ ਦੇ ਬੱਚਿਆਂ ਦੀ ਕਸਟਮਰ ਸਰਵਿਸ ਸਾਡੇ ਵਾਲਿਆਂ ਨਾਲੋਂ ਮੱਚ ਬੈਟਰ। ਠੀਕ ਹੈ ਜੀ। ਉਹਨਾਂ ਦੇ ਮੂੰਹ ਤੇ ਸਮਾਈਲ ਵੀ ਆਉਂਦੀ ਹੈ। ਜੇ ਅਸੀਂ ਕੋਈ ਖਾਣ ਬੈਠ ਜਾਂਦੇ ਹਾਂ ਤਾਂ 2 ਵਾਰੀ ਪੁੱਛ ਕੇ ਜਾਂਦੇ ਆ। ਠੀਕ ਹੈ ਜੀ। ਇਹ ਚੀਜ਼ ਹਜੇ ਆਸਟ੍ਰੇਲੀਆ 'ਚ ਮਿਸਿੰਗ ਆ, ਹੋ ਸਕਦਾ 10 ਸਾਲਾਂ ਨੂੰ ਆ ਜਾਊਗੀ। ਠੀਕ ਹੈ ਜੀ। ਠੀਕ, ਉਹਦਾ ਰੀਜ਼ਨ ਕੀ ਆ? ਇਹ ਨਹੀਂ ਹੈਗਾ ਵੀ ਸਾਡੇ ਵਾਲੇ ਬੱਚੇ ਕੰਪੈਸ਼ਨੇਟ ਨਹੀਂ ਹੈਗੇ ਜਿਹੜੇ ਉੱਥੋਂ ਆਉਂਦੇ ਜੀ। ਇਹ ਮੁਲਕ, ਮੈਂ ਮੰਨਦਾ ਵੀ ਇੱਥੇ ਬਿਜ਼ਨਸ ਆਸਟ੍ਰੇਲੀਆ ਦੇ ਵਿੱਚ 2.5 ਲੱਖ ਜੌਬਸ ਸਪੋਰਟ ਕਰਦਾ ਇੰਟਰਨੈਸ਼ਨਲ ਸਟੂਡੈਂਟ। ਉਹਨਾਂ ਦੀ ਬੱਸ ਹੋਈ ਪਈ ਆ ਕੋਵਿਡ ਦੇ ਵਿੱਚ ਜੀ। ਠੀਕ ਆ। ਇਹ ਮਤਲਬ ਸਾਡੇ ਬੱਚਿਆਂ ਕਰਕੇ ਕੰਟਰੀ ਸਰਵਾਈਵ ਕਰਦੇ ਆ। ਸਟੂਡੈਂਟ ਨੂੰ ਗੱਲ ਲਾਉਣਾ ਜ਼ਰੂਰੀ ਹੈ, ਠੀਕ ਆ, ਪਰ ਇਹ ਫਿਰ ਸਟੂਡੈਂਟ ਦੀ ਆਪਣੀ ਸਮਝ ਆ ਵੀ ਤੁਸੀਂ ਬਿਹੇਵ ਕਿਵੇਂ ਕਰਨਾ। ਜਿੱਦਾਂ ਦੀ ਜੌਬ ਮਿਲਦੀ ਆ ਜੀ, ਪਹਿਲਾਂ ਹੀ ਗੂਗਲ ਤੇ ਸਰਚ ਕਰ ਲਓ ਵੀ ਜੇ ਮੈਂ ਹੌਸਪਿਟੈਲਿਟੀ ਇੰਡਸਟਰੀ 'ਚ ਕੰਮ ਕਰਨਾ, ਮੇਰੇ ਤੋਂ ਕੀ ਐਕਸਪੈਕਟ ਕੀਤਾ ਜਾਂਦਾ। ਜੇ ਮੈਂ ਕ੍ਰਾਸ ਕਲਚਰਲ ਕਮਿਊਨਿਟੀ 'ਚ ਕੰਮ ਕਰਨਾ ਤਾਂ ਮੇਰੇ ਤੋਂ ਕੀ ਐਕਸਪੈਕਟ ਕੀਤਾ ਜਾਣਾ ਚਾਹੀਦਾ। ਜੇ ਕੋਈ ਮੇਰੇ ਨਾਲ ਵੀਅਤਨਾਮੀ ਕੰਮ ਕਰਦਾ, ਕਿਹੜੀ ਚੀਜ਼ ਆ ਮੈਂ ਉਹਨੂੰ ਨਹੀਂ ਕਹਿਣੀ। ਇਹ ਸਾਰੀਆਂ ਚੀਜ਼ਾਂ ਅਵੇਲੇਬਲ ਨੇ। ਗੱਲ ਤਾਂ ਬਾਈ ਜੀ ਇਹ ਆ ਵੀ ਜਿਹੜਾ ਤੁਹਾਡਾ ਖਾਨਾ ਨਾ, ਜਿੱਥੇ ਅਕਲ ਵਾਲਾ, ਉਹ ਖੁੱਲ੍ਹਾ ਰਹਿਣਾ ਚਾਹੀਦਾ, ਬਿਲਕੁਲ ਡੱਟ ਬੰਦ ਨਹੀਂ ਹੋਣਾ ਚਾਹੀਦਾ। ਕਈ ਵਾਰੀ ਸਟੂਡੈਂਟ, ਸੌਰੀ ਟੂ ਸੇ, ਹੋ ਸਕਦਾ ਕਈਆਂ ਨੂੰ ਇਹ ਗੱਲ ਦਾ ਬੁਰਾ ਲੱਗੇ, ਜਦੋਂ ਨਾ ਆਪਾਂ ਨੂੰ ਸੌਖੀ ਜੌਬ ਲੱਗ ਜਾਂਦੀ ਹੈ, ਖਾਸ ਕਰਕੇ ਆਸਟ੍ਰੇਲੀਆ ਦੇ ਵਿੱਚ ਸੈਲਰੀਜ਼ ਚੰਗੀਆਂ ਨੇ, ਠੀਕ ਹੈ, ਕਈ ਵਾਰੀ ਆਉਂਦੇ ਹੀ ਸੌਖੇ ਹੋ ਜਾਂਦੇ ਸਟੂਡੈਂਟ, ਫਿਰ ਉਹ ਥੋੜਾ ਜਿਹਾ ਨਾ
ਇਦਾਂ ਬਿਹੇਵ ਕਰਦੇ ਆ, ਕਾਰ ਵੱਡੀ ਲੈ ਲਈ, ਫੋਨ ਵੱਡਾ ਲੈ ਲਿਆ, ਜਾਂ ਫੋਰ ਐਗਜ਼ਾਮਪਲ ਤੁਸੀਂ ਪਬਲਿਕ ਟਰਾਂਸਪੋਰਟ 'ਚ ਟਰੈਵਲ ਕਰਦੇ ਹੋ, ਹੁਣ ਕਿਸੇ ਨੂੰ ਨਹੀਂ ਪਤਾ ਬਾਟ ਸਾਹਿਬ ਨਾਲ ਦਾ ਬੈਠਾ ਕਿਹੜੀ ਕਿਤਾਬ ਪੜ੍ਹਨ ਲੱਗਿਆ ਹੋਵੇ, ਜਾਂ ਹੋ ਸਕਦਾ ਤੁਹਾਡੇ ਨਾਲ ਡਾਕਟਰ ਹੀ ਬੈਠਾ ਜਾਂਦਾ ਹੋਵੇ, ਕੋਈ ਪ੍ਰੋਫੈਸਰ ਲੈਕਚਰ ਤਿਆਰ ਕਰਨ ਲੱਗਿਆ ਹੋਵੇ। ਉੱਥੇ ਫਿਰ ਆਪਾਂ ਨੇ ਬਿਹੇਵ ਫੋਨ 'ਤੇ ਜੇ ਗੱਲ ਕਰਨੀ ਆ ਤਾਂ 2 ਮਿੰਟ 'ਚ ਮੁਕਾ ਕੇ ਤੁਸੀਂ ਥੋੜ੍ਹਾ ਜਿਹਾ ਕੁਆਇਟਲੀ ਬਿਹੇਵ ਕਰੋ। ਇਹ ਜਿਹੜੇ ਸੋਸ਼ਲ ਇੱਕ ਦੂਜੇ ਦੇ ਨਾਲ ਵਿਚਰਨ ਵਾਲੇ ਐਟੀਕੇਟਸ ਨੇ, ਇਹ ਆਉਣੇ ਜ਼ਰੂਰੀ ਆ, ਕਿਉਂਕਿ ਆਪਾਂ ਇਹਨਾਂ ਮੁਲਕਾਂ 'ਚ ਆਉਂਦੇ ਆ, ਇਹ ਲੋਕ ਕਸਟਮਰ ਸਰਵਿਸ ਨੂੰ ਬਹੁਤ ਬਿਗ ਮੰਨਦੇ ਆ। ਠੀਕ ਹੈ ਜੀ, ਠੀਕ ਹੈ। ਸਾਡੇ ਵਾਲੇ ਬੱਚੇ ਸਟੂਡੈਂਟਸ ਬੜਾ ਕੰਮ ਕਰ ਰਹੇ ਨੇ। ਇਹ ਜਦੋਂ ਵੀ ਮੇਰੀ ਗੱਲ ਹੁੰਦੀ ਹੈ ਕਿਸੇ ਉੱਥੇ ਲੋਕਲ ਨਾਲ, ਆਸਟ੍ਰੇਲੀਅਨ ਨਾਲ, ਉਹ ਇਹ ਕਹਿੰਦੇ ਆ ਵੀ ਯਾਰ ਸਾਡੇ ਵਾਲੇ ਬੱਚੇ 6 ਘੰਟੇ ਤੋਂ ਵੱਧ ਨਹੀਂ ਲਾਉਣਗੇ, ਪਰ ਜਦੋਂ ਤੁਹਾਡੇ ਵਾਲੇ ਨੂੰ ਕਹਿੰਦੇ ਆ ਨਾ ਇੰਟਰਨੈਸ਼ਨਲ ਸਟੂਡੈਂਟ ਨੂੰ, ਜਿਹਨੂੰ ਕਹਿ ਦਈਏ ਵੀ 2 ਘੰਟੇ ਹੋਰ ਲਾ ਜਾ, ਚਾਹੇ ਉਹਦੀ ਕੋਈ ਅਸਾਈਨਮੈਂਟ ਪਈ ਹੋਵੇ ਜਾਂ ਕੋਈ ਉਹਨੇ ਕੁਝ ਹੋਰ ਕਰਨਾ ਹੋਵੇ, ਉਹ 99% ਲਵਾ ਕੇ ਹੀ ਜਾਂਦਾ, ਔਖੇ ਸੌਖੇ ਕੰਮ ਕਰਕੇ ਜਾਂਦਾ। ਇਸ ਕਰਕੇ ਤੁਹਾਡੀ ਇਮੇਜ ਪੋਜ਼ਿਟਿਵ ਹੀ ਆ ਜ਼ਿਆਦਾਤਰ। ਕੋਵਿਡ ਨੇ ਹੋਰ ਪੋਜ਼ਿਟਿਵ ਕਰਤੀ, ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਵੀ ਸਾਡੇ ਕੋਲ ਤਾਂ ਬੰਦੇ ਹੀ ਹੈ ਨਹੀਂ ਕੰਮ ਕਰਨ ਵਾਲੇ। ਕੈਨੇਡਾ 'ਚ ਲਾ ਲਓ ਤੁਸੀਂ, ਆਸਟ੍ਰੇਲੀਆ 'ਚ ਲਾ ਲਓ, ਹੁਣ ਤਾਂ ਹਰ ਜਗ੍ਹਾ ਬੋਰਡ ਲੱਗੇ ਹੋਏ ਨੇ, ਵੀ ਆਰ ਹਾਇਰਿੰਗ। ਨਹੀਂ, ਠੀਕ ਹੈ। ਹਾਂਜੀ, ਅੱਛਾ, ਮੈਂ ਇੱਕ ਵਾਰੀ ਪ੍ਰਾਈਮ ਏਸ਼ੀਆ ਟੀਵੀ ਦੇ ਪਰਿਵਾਰ ਦੇ ਮੈਂਬਰਾਂ ਨੂੰ ਜ਼ਰੂਰ ਦੱਸਦੇ ਹਾਂ ਕਿ ਅੱਜ ਇਹ ਖਾਸ ਪ੍ਰੋਗਰਾਮ ਇੰਟਰਨੈਸ਼ਨਲ ਸਟੂਡੈਂਟਸ ਲਈ ਹੈ। ਨਵਜੋਤ ਸਿੰਘ ਕੈਲੇ ਹੋਰੀ ਆਸਟ੍ਰੇਲੀਆ ਮੈਲਬਨ ਦੇ ਵਿੱਚ ਰਹਿੰਦੇ ਆ, ਪਹਿਲਾਂ ਵੀ ਕਈ ਪ੍ਰੋਗਰਾਮ ਪ੍ਰਾਈਮ ਏਸ਼ੀਆ ਟੀਵੀ ਤੇ ਅਸੀਂ ਉਹਨਾਂ ਦੇ ਨਾਲ ਕੀਤੇ ਆ। ਬੱਚੇ ਨੇ ਜਦੋਂ ਆਉਣਾ ਹੈ ਵਿਦੇਸ਼ਾਂ ਦੇ ਵਿੱਚ ਪੜ੍ਹਨ ਦੇ ਲਈ, ਤੇ ਉਹਦੇ ਤੋਂ ਪਹਿਲਾਂ ਕਿਹੜੀਆਂ ਚੀਜ਼ਾਂ ਉਹਦੇ ਮਨ ਦੇ ਵਿੱਚ ਹੋਣੀਆਂ ਚਾਹੀਦੀਆਂ, ਜ਼ਰੂਰੀ ਨੇ, ਉਹ ਸਰਚ ਕਰਨੀਆਂ। ਉਹਦੇ ਤੋਂ ਬਾਅਦ ਜਦੋਂ ਇੱਧਰਲੇ ਪਾਸੇ ਆ ਜਾਣਾ, ਇੱਥੇ ਆ ਕੇ ਸਕੂਲ, ਆਪਣੇ ਕਾਲਜ, ਯੂਨੀਵਰਸਿਟੀ ਦੇ ਵਿੱਚ ਕਿੱਦਾਂ ਆਪਾਂ ਵਿਚਰਨਾ, ਓਰੀਐਂਟੇਸ਼ਨ ਵੀਕ ਜਿਹੜਾ ਹੁੰਦਾ 1 ਹਫ਼ਤਾ ਪੂਰਾ, ਉਹ ਤੁਹਾਨੂੰ ਜਾਣ ਪਛਾਣ ਹੀ ਹੁੰਦੀ ਹੈ। ਉਹ ਜਾਣ ਪਛਾਣ ਵਾਲਾ ਹਫ਼ਤਾ ਗਵਾਉਣਾ ਨਹੀਂ ਹੈ। ਇਹਦੇ ਤੋਂ ਬਾਅਦ ਬਾਕੀ ਲੋਕਾਂ ਨਾਲ ਕਿਵੇਂ ਵਿਚਰਨਾ, ਨੌਕਰੀਆਂ ਕਿਵੇਂ ਲੱਭਣੀਆਂ, ਬਾਕੀ ਜਿਹੜੇ ਆਪਦੇ ਨਾਲ ਦੇ ਲੋਕ ਨੇ ਉਹਨਾਂ ਦੇ ਨਾਲ ਵਿਹਾਰ ਕਿੱਦਾਂ ਕਰਨਾ, ਇਹ ਸਾਰਾ ਕੁਝ ਬਹੁਤ ਜ਼ਰੂਰੀ ਹੈ। ਟਾਈਮ ਟੇਬਲ ਦੇ ਉੱਤੇ ਮੈਂ ਆਉਣਾ, ਆਪਾਂ ਸਮਾਪਤੀ ਲੈਣੀ ਹੈ। ਟਾਈਮ ਟੇਬਲ ਤੁਸੀਂ ਸ਼ੁਰੂ ਕੀਤਾ ਸੀ, ਕਿਵੇਂ ਮੈਨੇਜ ਕਰੀਏ? ਹਾਂਜੀ, ਹੁਣ ਇਹ ਚੀਜ਼ ਜ਼ਰੂਰੀ ਹੈ ਜੀ। ਜੇ ਮੈਂ ਜ਼ਿੰਦਗੀ ਦੇ ਵਿੱਚ ਥੋੜਾ ਬਹੁਤਾ ਕੁਝ ਕੀਤਾ ਨਾ ਜੀ, 8ਵੀਂ ਜਮਾਤ ਦੇ ਵਿੱਚ ਮੈਂ ਬੜੇ ਛਿੱਤਰ ਖਾਧੇ ਸਾਡੇ ਮਾਸਟਰ ਜੀ ਤੋਂ ਜੀ, ਕਿਉਂਕਿ ਸਾਡਾ ਸਵੇਰੇ ਟਾਈਮ ਟੇਬਲ ਨਹੀਂ ਸੀ ਬਣਿਆ ਹੁੰਦਾ, ਮੇਰੇ ਤੇ ਮਾਸੀ ਦੇ ਮੁੰਡੇ ਦਾ, ਸੁਣਦੇ ਵੀ ਹੋਣਗੇ ਉਹ। ਠੀਕ ਹੈ ਜੀ, ਉਹ ਮੈਥਮੈਟਿਕਸ ਦੇ ਪ੍ਰੋਫੈਸਰ ਸੀਗੇ। ਸਾਡੇ ਸਵੇਰੇ ਛਿੱਤਰ ਇਸ ਕਰਕੇ ਪੈਂਦਾ ਸੀ ਵੀ ਤੇਰਾ ਸਾਰੇ ਦਿਨ ਦਾ ਟਾਈਮ ਟੇਬਲ ਕਿੱਥੇ ਆ। ਨਹੀਂ, ਉਹ ਉਹਨਾਂ ਨੂੰ ਦੱਸ ਕੇ ਜਾਣਾ, ਲਾ ਕੇ ਜਾਣਾ, ਜਾਂ ਪੁੱਛਣਾ ਉਹਨਾਂ ਨੇ? ਨਹੀਂ, ਉਹਨਾਂ ਨੇ ਸਵੇਰੇ ਜਦੋਂ ਪਹਿਲਾਂ ਹੀ ਪੜਾਉਣ ਲੱਗਣਾ, ਛੁੱਟੀਆਂ ਦੇ ਵਿੱਚ, ਛੁੱਟੀਆਂ ਦੀ ਗੱਲ ਆ, 6 ਤੋਂ 7 ਤਾਂ ਨਹਾਉਣਾ ਧੋਣਾ ਹੁੰਦਾ ਸੀ, ਬ੍ਰੇਕਫਾਸਟ ਕਰਨਾ ਹੁੰਦਾ ਸੀ ਸਵੇਰੇ 7 ਵਜੇ। ਪਹਿਲੀ ਚੀਜ਼ ਇਹ ਪੁੱਛੀ ਜਾਂਦੀ ਸੀ ਤੇਰੇ ਦਿਨ ਦਾ ਟਾਈਮ ਟੇਬਲ ਕਿੱਥੇ ਆ ਜੀ, ਵੀ ਤੂੰ 7 ਤੋਂ 9 ਮੈਥ ਪੜ੍ਹਨਾ, 9 ਤੋਂ 11 ਜਾਂ ਵਿੱਚ ਅੱਧਾ ਘੰਟਾ ਬ੍ਰੇਕ ਲੈਣੀ ਹੈ, ਫਿਰ 2.5 ਘੰਟੇ ਤੂੰ ਫਿਜ਼ਿਕਸ ਪੜ੍ਹਨੀ ਹੈ, ਫਿਰ ਤੂੰ ਬ੍ਰੇਕ ਲੈਣੀ ਹੈ, ਖਾਣਾ ਪੀਣਾ, ਫਿਰ ਸੌਣਾ ਵੀ ਹੈ ਜੀ, ਫਿਰ ਤੂੰ ਘੰਟਾ ਪੜ੍ਹਨਾ, ਫਿਰ ਤੂੰ ਸ਼ਾਮ ਨੂੰ ਬਾਸਕਟਬਾਲ ਖੇਡਣ ਜਾਣਾ ਜਾਂ ਸੌਕਰ ਖੇਡਣ, ਉਹ ਵੀ ਵਿੱਚ ਹੁੰਦਾ ਜੀ। ਫਿਰ ਸ਼ਾਮ ਨੂੰ ਆ ਕੇ ਡਿਨਰ ਤੋਂ ਬਾਅਦ ਪਾਣੀ ਕਿਹਨੇ ਭਰਨਾ ਹੈ, ਸਾਰਾ ਕੁਝ ਉਹ 'ਚ ਲਿਖਿਆ ਹੁੰਦਾ। ਠੀਕ ਹੈ। ਹੁਣ ਚੱਕਰ ਕੀ ਆ, ਅੱਜ ਕੱਲ ਇਹ ਚੀਜ਼ਾਂ ਬਹੁਤ ਗੈਜਟਸ ਆ ਗਏ। ਜਿਹੜੇ ਯੂਨੀਵਰਸਿਟੀ ਵਾਲੇ ਆ, ਤੁਹਾਨੂੰ ਉਹਨਾਂ ਨੇ ਵੀਕਲੀ ਤੇ ਮੰਥਲੀ ਪਲੈਨਰ ਦੇ ਦੇਣੇ ਆ। ਬੱਚੇ ਦਾ ਟਾਈਮ ਰੋਜ਼ ਦਾ ਤੇ ਵੀਕ ਦਾ ਇਹ ਬਣਾਉਣਾ ਬਹੁਤ ਜ਼ਰੂਰੀ ਹੈ। ਫੇਰ ਕਈ ਵਾਰੀ ਆਪਾਂ ਨੂੰ ਐਂ ਲੱਗਦਾ ਹੁੰਦਾ ਵੀ ਸਾਡੇ ਤੋਂ ਸਟਿਕ ਨਹੀਂ ਕਰ ਹੁੰਦਾ ਜੀ, ਉਹ ਤਾਂ ਤੁਸੀਂ ਮੈਂ ਵੀ ਨਹੀਂ ਕਰ ਸਕਦੇ 100%, ਪਰ ਜੇ ਤੁਹਾਡਾ ਟਾਈਮ ਟੇਬਲ ਬਣਿਆ ਹੋਇਆ ਨਾ, ਫਿਰ ਉਹਨੂੰ ਫੋਲੋ ਕਰਨ ਦੀ ਕੋਸ਼ਿਸ਼ ਕਰੋ। ਸੋਸ਼ਲ ਮੀਡੀਆ, WhatsApp, ਇਹਨੂੰ ਕੰਸਟਰਕਟਿਵਲੀ ਯੂਜ਼ ਕਰੋ। ਵਾਧੂ ਘਾਟੂ ਪੋਸਟਾਂ ਰਾਜਨੀਤਿਕ ਜਾਂ ਕੁਝ ਵੀ ਇਹ ਬੱਚਿਆਂ ਦੇ ਮਤਲਬ ਦੀਆਂ ਨਹੀਂ ਹੈਗੀਆਂ, ਕਿਉਂਕਿ ਤੁਹਾਡੇ ਟੀਚੇ ਹੋਰ ਨੇ ਜੀ। ਫਿਰ ਜਦੋਂ ਤੁਸੀਂ ਪੜ੍ਹਾਈ ਕਰਦੇ ਹੋ, ਐਕਸਟਰਾ ਤੁਸੀਂ ਕੀ ਪੜ੍ਹਨਾ, ਜੇ ਤੁਹਾਡੇ ਕੋਰਸ ਦੇ ਨਾਲ ਜਿਹੜੀ ਚੀਜ਼ ਡਿਮਾਂਡ 'ਚ ਆ, ਹੁਣ ਫੋਰ ਐਗਜ਼ਾਮਪਲ ਜੇ ਕੋਈ ਮਕੈਨੀਕਲ ਇੰਜੀਨੀਅਰਿੰਗ ਕਰ ਰਿਹਾ, ਉਹਨੂੰ ਪਤਾ ਹੋਣਾ ਚਾਹੀਦਾ ਵੀ ਆਟੋਕੈਡ ਦੇ ਨਾਲ ਹੋਰ ਕਿਹੜੇ ਡਰਾਫਟਿੰਗ ਟੂਲ ਆ ਗਏ ਜੀ, ਠੀਕ ਹੈ, ਜਾਂ ਕਿਹੜਾ ਫੀਲਡ ਹੈ ਜਿਹੜਾ ਡਿਮਾਂਡ ਦੇ ਵਿੱਚ ਆ, ਜਾਂ ਕੋਈ ਸਿਵਲ ਇੰਜੀਨੀਅਰਿੰਗ 'ਚ, ਫਿਰ ਉਹਦੇ ਬਾਰੇ ਥੋੜਾ ਪੜ੍ਹਨਾ ਸਟਾਰਟ ਕਰੋ। ਮਤਲਬ ਕਿ ਤੁਹਾਡੀ ਐਂਟਰਟੇਨਮੈਂਟ, ਤੁਹਾਡਾ ਖਾਣਾ ਪੀਣਾ, ਤੁਹਾਡੀ ਸਮਾਂ ਸਾਰਣੀ ਦੇ ਵਿੱਚ ਹੋਣਾ ਚਾਹੀਦਾ। ਪਰ ਹੁਣ ਤੁਹਾਨੂੰ ਮੈਂ ਇੱਕ ਇਹ ਗੱਲ ਦੱਸ ਦੇਵਾਂ, ਆਸਟ੍ਰੇਲੀਅਨ ਸਰਕਾਰ ਨੇ ਨਾ 2013-14 ਦੇ ਵਿੱਚ ਇੱਕ ਇੰਟਰਨੈਸ਼ਨਲ ਐਜੂਕੇਸ਼ਨ ਦੀ ਪਾਲਿਸੀ ਬਣਾਈ ਸੀਗੀ। ਉਹਨਾਂ ਨੇ 2030 ਤੱਕ ਸੋਚਿਆ ਸੀ ਵੀ 9 ਲੱਖ ਦੀ ਐਨਰੋਲਮੈਂਟ 1 ਮਿਲੀਅਨ ਦੇ ਨੇੜੇ ਲੈ ਕੇ ਜਾਣੀ ਹੈ। ਠੀਕ ਹੈ। ਉਹ 2019 'ਚ ਉਹਨਾਂ ਨੇ ਅਚੀਵ ਕਰ ਲਿਆ। ਠੀਕ। $40 ਬਿਲੀਅਨ ਦੀ ਇੰਡਸਟਰੀ ਸੀ। ਠੀਕ ਹੈ। 9.5 ਲੱਖ ਦੇ ਨੇੜੇ ਤੇੜੇ ਉਹਨਾਂ ਕੋਲ ਇੰਟਰਨੈਸ਼ਨਲ ਐਨਰੋਲਮੈਂਟ ਸੀ। ਆ ਚਲੋ ਕੋਵਿਡ ਦੇ ਵਿੱਚ ਉਹ ਘਟੀਆਂ। ਹੁਣ ਜਿਹੜਾ ਫੈਬਰਵਰੀ ਦੇ ਵਿੱਚ ਉਹਨਾਂ ਦੀ ਪਾਲਿਸੀ ਆਈ ਹੈ, ਉਹ ਆਲੇ ਦੁਆਲੇ ਦੇਖਦੇ ਆ, ਅਮਰੀਕਾ ਕੀ ਕਰਦਾ, UK ਕੀ ਕਰਦਾ, ਕੈਨੇਡਾ ਕੀ ਕਰਦਾ। ਹੁਣ ਉਹਨਾਂ ਦਾ ਜ਼ੋਰ ਡਿਵਰਸੀਫਿਕੇਸ਼ਨ ਤੇ ਹੈ। ਇੱਕ ਜਾਂਦੇ ਜਾਂਦੇ ਚੀਜ਼ ਮੈਂ ਦੱਸ ਦੇਵਾਂ, ਇਸ ਵੇਲੇ ਸਟੂਡੈਂਟ ਬਹੁਤ ਚਾਹੀਦੇ ਆ, ਆਸਟ੍ਰੇਲੀਆ ਨੂੰ ਵੀ ਕੈਨੇਡਾ ਨੂੰ ਵੀ, ਪਰ ਹੁਣ ਅਨਅਫੀਸ਼ੀਅਲ ਮੈਂ ਤੁਹਾਨੂੰ ਦੱਸ ਰਿਹਾ, ਉਹਨਾਂ ਨੇ ਥੋੜੇ ਜਿਹੇ ਸਟੂਡੈਂਟ ਵੀਜ਼ਾ ਹੋਲਡ ਕੀਤੇ ਹੋਏ ਨੇ ਇੰਡੀਆ ਦੇ। ਮੈਂ ਸਮਝ ਗਿਆ ਜੀ। ਇੱਥੇ ਇੱਕ ਚੀਜ਼ ਮੈਨੂੰ ਜ਼ਰੂਰ ਦੱਸਿਓ ਹੋਰ, ਨਿਆਣਾ ਪੜ੍ਹਦਾ 9ਵੀਂ 'ਚ। ਹਾਂਜੀ। ਮੈਂ ਕਿਹਾ ਕਈ ਵਾਰੀ ਉਹ ਵੀ ਹੁੰਦਾ ਨਾ ਯਾਰ ਵੀ ਜਿਹੜੇ ਹੁਣ ਐਨ ਤੱਤੇ ਘਾਹ ਤੋਂ ਦੱਸ ਦਿੱਤਾ 10ਵੀਂ 'ਚ ਪੜ੍ਹਦੇ ਆ ਬੱਚੇ। ਹਾਂਜੀ। ਪਾਲਿਸੀ ਦਾ ਕੋਈ ਪਤਾ ਨਹੀਂ, ਨਿਯਮ ਕਿੱਧਰਲੇ ਪਾਸੇ ਨੂੰ ਜਾਂਦੇ ਆ,
ਪਰ ਕਈ ਵਾਰੀ ਮਾਂ-ਬਾਪ ਨੂੰ ਹੁੰਦਾ ਕਿ ਭਾਈ ਆਪਾਂ ਹੁਣ ਤੋਂ ਹੀ ਤਿਆਰੀ ਰੱਖੀਏ, ਪੈਸਾ ਟਕਾ ਵੀ ਚਾਹੀਦਾ ਹੈ ਬੱਚਿਆਂ ਨੂੰ ਵੀ। ਆਪਾਂ ਇੱਕ ਦੋ ਚੀਜ਼ਾਂ ਦੇ ਸਵਾਲਾਂ ਦੇ ਜਵਾਬ ਤੁਸੀਂ ਬਰਾਬਰ ਦੇ ਦਿਓ। ਇੱਕ ਤਾਂ ਬੱਚਿਆਂ ਦੇ ਉੱਤੇ ਪ੍ਰੈਸ਼ਰ ਹੁੰਦਾ ਕਿ ਉਹਨਾਂ ਨੇ ਕੰਮ ਵੀ ਕਰਨਾ, ਫੀਸਾਂ ਵੀ ਕੱਢਣੀਆਂ, ਪੜ੍ਹਾਈ ਵੀ ਕਰਨੀ ਹੈ। ਉਹ ਸਾਰੀ ਚੀਜ਼ ਕੀ ਮੈਨੇਜ ਹੋ ਸਕਦੀ ਹੈ ਜੇ ਕੰਮ ਤੇ ਪੜ੍ਹਾਈ ਕਿਤੇ ਮੰਨ ਲਓ ਕਿ ਕਿਤੇ ਦਿਹਾੜੀ ਲੱਗਦੀ ਹੈ, ਫੀਸ ਦੀਦੀ ਹੈ, ਇੱਧਰਲੇ ਪਾਸੇ ਪੜ੍ਹਨਾ ਵੀ ਜ਼ਰੂਰੀ, ਕਿ ਅਸਾਈਨਮੈਂਟਾਂ ਪਿੱਛੇ ਹੁੰਦੀਆਂ, ਉਹਦੇ ਵਿੱਚ ਬੱਚਾ ਕੀ ਕਰੇ। ਤੇ ਦੂਸਰਾ, ਜਿਨ੍ਹਾਂ ਦੇ ਬੱਚੇ ਅਜੇ 2-3 ਸਾਲ ਪਿੱਛੇ ਨੇ, 10ਵੀਂ 'ਚ ਨੇ, 11ਵੀਂ 'ਚ ਨੇ, ਮਾਂ-ਬਾਪ ਬੈਂਕ ਬੈਲੈਂਸ ਤਿਆਰ ਕਰਨ, ਕਾਗਜ਼ ਪੱਤਰਾਂ ਦੇ ਵਿੱਚ ਕਿਤੇ ਨਾਂ ਦੀ ਸੋਧ ਕਰਾਉਣੀ ਹੈ ਕਿਉਂਕਿ ਤੁਸੀਂ ਇਮੀਗ੍ਰੇਸ਼ਨ ਦਾ ਕੰਮ ਕਰਦੇ ਹੋ, ਐਨ ਮੌਕੇ ਤੇ ਰੌਲੇ ਪੈਂਦੇ ਹੋਣੇ। ਹਾਂਜੀ ਬਿਲਕੁਲ। ਦੇਖੋ ਪਹਿਲੀ ਗੱਲ ਤਾਂ ਇਹ ਹੈ ਜੀ, ਜਿਹੜੇ ਹੁਣ ਇੰਡੀਆ ਤੋਂ ਵੀਜ਼ਾਜ਼ ਕੈਂਸਲ ਹੁੰਦੇ ਜਾਂ ਰਿਫਿਊਜ਼ ਹੋ ਰਿਹਾ ਜਾਂ ਹੋਲਡ ਕੀਤੇ ਜੀ, ਉਹ 3 ਤਰੀਕੇ ਨੇ ਜਿਹੜੇ ਉੱਥੇ ਠੱਗੀ ਦਾ ਮਸਾਲਾ ਵੇਚਣ ਵਾਲੇ ਨੇ। ਇੱਕ ਤਾਂ ਉਹ ਪੈਕੇਜ ਕਰ ਲੈਂਦੇ ਨੇ ਜੀ। ਹੁਣ ਪਿਛਲੇ ਹਫਤੇ ਮੈਨੂੰ ਕਿਸੇ ਦਾ ਫੋਨ ਆਇਆ, ਉਹ ਕੁੜੀ ਨਾਲ 26 ਲੱਖ ਦਾ ਪੈਕੇਜ ਹੋਇਆ ਸੀ। ਠੀਕ ਹੈ। ਉਹਦੀ ਯੂਨੀਵਰਸਿਟੀ ਆਫ ਮੈਲਬਨ 'ਚ ਸਿੱਧੀ ਐਡਮਿਸ਼ਨ ਕਰਾਤੀ, ਜਿਹੜੀ ਕਿ ਕੁੜੀ ਵੀ ਕਰਵਾ ਸਕਦੀ। ਜੇ ਕੋਈ ਅਨਪੜ੍ਹ ਬੰਦਾ ਕਰਾ ਸਕਦਾ, ਤੁਸੀਂ ਕਿਉਂ ਨਹੀਂ ਕਰਾ ਸਕਦੇ? ਉਹਨੇ ਤਾਂ ਕੋਈ 12-15 ਹਜ਼ਾਰ ਤੇ ਕੁੜੀ ਰੱਖੀ ਹੈ ਜਿਹਨੇ ਤੁਹਾਡੀ ਐਡਮਿਸ਼ਨ ਪਾਉਣੀ ਹੈ, ਤੁਸੀਂ ਆਪ ਵੀ ਪਾ ਦੇ। ਉਹਦੀ ਫੀਸ ਅੱਗੇ ਪਈ ਹੋਈ ਸੀ $5000 ਸਿਰਫ। ਕੁੱਲ ਮਿਲਾ ਕੇ ਜਦੋਂ ਮੈਂ ਖਰਚਾ ਕੈਲਕੂਲੇਟ ਕੀਤਾ 7 ਲੱਖ ਹੋਇਆ ਸੀ ਜਦੋਂ। ਠੀਕ ਹੈ। ਉਹ ਤੋਂ ਫੰਡਸ ਦੇ ਵੀ ਪੈਸੇ ਲੈ ਗਏ, ਪੈਕੇਜ ਵੀ ਕੀਤਾ ਗਿਆ। ਹੁਣ ਦੇਖ ਲਓ ਤੁਸੀਂ 19 ਲੱਖ ਰੁਪਈਆ ਬੰਦਾ ਕਮਾ ਗਿਆ। ਪਰ ਹੋਇਆ ਕੀ, 에ਅਰਪੋਰਟ ਤੋਂ ਵਾਪਸ ਭੇਜਤੀ ਉਹ। ਭਾਰਤ ਤੋਂ ਬੱਚੀ ਚੜ੍ਹ ਗਈ, ਹਾਂਜੀ, ਉੱਥੇ ਉਤਰ ਵੀ ਗਈ। ਹਾਂਜੀ। ਵਾਪਸ ਕਿਉਂ ਕਰਤੀ? ਉਹਦਾ ਜਿਹੜਾ ਡਾਕੂਮੈਂਟ ਲੱਗਿਆ ਹੋਇਆ ਸੀ ਗੈਪ ਫਿਲ ਕਰਨ ਲਈ ਜੀ, ਐਕਸਪੀਰੀਅੰਸ ਸਰਟੀਫਿਕੇਟ, ਉਹਦਾ ਕੋਈ 1.5-2 ਸਾਲ ਦਾ ਗੈਪ ਹੋਣਾ, ਉਹ ਵੈਰੀਫਾਈ ਜਦੋਂ ਕੀਤਾ ਉਹ ਜਾਲੀ ਪਾਇਆ ਗਿਆ। ਪਤਾ ਕਰ ਲੈਂਦੇ ਉਹ, ਹੋ ਸਕਦਾ ਬਾਅਦ ਚ ਫੜ ਹੋ ਗਿਆ ਹੋਵੇ ਉਸੇ ਬੰਦੇ ਵਾਲਾ। ਹੁਣ ਮੈਨੂੰ ਇਹਦਾ ਤਾਂ ਪਤਾ ਨਹੀਂ, ਪਰ ਹੁਣ ਪ੍ਰੋਬਲਮ ਕੀ ਹੈ ਬਾਟ ਸਾਹਿਬ, ਜਦੋਂ ਕੋਈ ਇਦਾਂ ਦਾ ਨਿਆਣਾ ਮੁੜਦਾ ਆਪਾਂ ਨੂੰ ਪਤਾ ਵੀ ਉੱਥੇ ਹਾਲਾਤ ਕੀ ਨੇ ਜੀ, ਉਹ ਪੈਸੇ ਕਿਵੇਂ ਲਾਏ ਹੁੰਦੇ ਨੇ, ਫਿਰ ਦਿਲ ਬੜਾ ਦੁਖਦਾ। ਠੀਕ ਹੈ। ਇਸ ਕਰਕੇ ਜੇ ਤੁਸੀਂ 9ਵੀਂ 10ਵੀਂ ਦੇ ਵਿੱਚੋਂ ਹੁਣ ਬਹੁਤ ਸਾਰੇ ਮਾਪੇ ਫੰਡਸ ਫਾਈਨੈਂਸ਼ੀਅਲ ਕੈਪੈਸਿਟੀ ਸ਼ੋਅ ਕਰਨ ਲਈ 2-3 ਲੱਖ ਰੁਪਏ ਦੇ ਦਿੰਦੇ ਆ। ਮੈਨੂੰ ਤਾਂ ਇਹ ਲੱਗਦਾ ਜੇ ਤੁਸੀਂ 20-22 ਲੱਖ ਰੁਪਏ ਸ਼ੋਅ ਕਰਨਾ, ਜੇ ਕਿਸੇ ਤੋਂ ਫੜ ਤੋੜ ਕੇ ਰਿਸ਼ਤੇਦਾਰ ਤੋਂ ਵੀ ਰੱਖ ਦੋਗੇ, ਇੰਨੇ ਤਾਂ ਵਿਆਜ ਦੇ ਪੈਸੇ ਨਹੀਂ ਬਣਦੇ ਹੈਗੇ ਜਿੰਨੇ ਉਹਨਾਂ ਨੂੰ ਦੇਣੇ ਆ। ਘੱਟੋ ਘੱਟ ਕਿੰਨਾ ਕੁ ਪੁਰਾਣਾ ਚਾਹੀਦਾ ਹੁੰਦਾ ਕੰਮ? 3 ਤੋਂ 6 ਮਹੀਨੇ ਪੁਰਾਣਾ ਚਾਹੀਦਾ ਅੱਜ ਦੀ ਤਰੀਕ 'ਚ। ਹਾਂਜੀ, ਹਮੇਸ਼ਾ ਹੀ ਇੰਨਾ ਚਾਹੀਦਾ, ਹਮੇਸ਼ਾ ਹੀ ਇੰਨਾ ਚਾਹੀਦਾ। ਪਲੱਸ ਤੁਹਾਡੀਆਂ ਜਿਹੜਾ ਬੰਦਾ ਤੁਹਾਨੂੰ ਫਾਈਨੈਂਸ਼ੀਅਲੀ ਸਪੋਰਟ ਕਰ ਰਿਹਾ, ਉਹਦੀ ਇਨਕਮ, ਫੋਰ ਐਗਜ਼ਾਮਪਲ ਜੇ ਤੁਹਾਨੂੰ ਕੋਈ 20 ਲੱਖ ਰੁਪਈਆ ਸਪੋਰਟ ਕਰ ਰਿਹਾ, ਨਾਨਾ ਨਾਨੀ ਇਦਾਂ ਜਿਹੜੇ ਨੇੜੇ ਨਾਨਾ ਨਾਨੀ ਫਸਟ ਬਲੱਡ, ਚਾਚਾ ਤਾਇਆ ਭੂਆ ਫੁੱਫੜ, ਜੇ ਮੰਨ ਲਓ ਹੁਣ ਤੁਸੀਂ ਮੈਨੂੰ ਸਪਾਂਸਰਸ਼ਿਪ ਦੇ ਰਹੇ ਹੋ 10 ਲੱਖ ਦੀ, ਤੁਹਾਡੀ ਐਨੂਅਲ ਇਨਕਮ 4 ਲੱਖ ਹੋਣੀ ਚਾਹੀਦੀ ਕਾਗਜ਼ਾਂ 'ਚ। ਇਹ ਦੋ ਚੀਜ਼ਾਂ ਅਲੱਗ-ਅਲੱਗ ਨੇ। ਪਲੱਸ ਗੈਪ ਪੈਣ ਹੀ ਨਾ ਦਿਓ। ਅੱਛਾ, ਉਹ ਟੈਕਸ ਟੁਕਸ ਭਰਿਆ ਚਾਹੀਦਾ ਨਾਨਾ ਨਾਨੀ ਚਾਚਾ? ਹਾਂਜੀ, ਚਾਹੇ ਐਗਰੀਕਲਚਰ ਇਨਕਮ ਆ ਉਹਦੀ ਵੀ ਰਿਟਰਨ ਭਰੀ ਜਾਂਦੀ, ਉਹ ਨਿੱਲ ਦੀ ਜਾਂਦੀ ਹੈ, ਟੈਕਸ ਪੇ ਨਹੀਂ ਹੁੰਦਾ। ਮਤਲਬ ਗੈਪ ਪੈਣ ਹੀ ਨਾ ਦਿਓ। ਦੂਜਾ ਤਾਂ ਹੁਣ ਤੁਸੀਂ ਐਕਸਪੀਰੀਅੰਸ ਸਰਟੀਫਿਕੇਟ ਲਾਓਗੇ, ਗੈਪ ਕਿਉਂ ਪਵੇ? ਜੇ ਤੁਸੀਂ ਗੈਪ ਪਹਿਲਾਂ ਹੀ ਤਿਆਰੀ ਰੱਖੋਗੇ, +2 ਤੋਂ ਬਾਅਦ ਕੋਈ ਕੋਰਸ ਕਰਨ ਲੱਗ ਜਾਓ, ਕੋਈ ਸਾਲ ਦਾ ਡਿਪਲੋਮਾ ਕਰਨ ਲੱਗ ਜਾਓ। ਜੇ ਤੁਹਾਨੂੰ ਲੱਗਦਾ ਵੀ ਹੁਣ ਮੈਂ ਪੀਟੀ ਆਈਲੈਟਸ ਦੀ ਤਿਆਰੀ ਕਰਨੀ, ਪਰ ਤੁਹਾਡੀ ਐਡਮਿਸ਼ਨ ਜ਼ਰੂਰ ਹੋਣੀ ਚਾਹੀਦੀ। ਜਦ ਗੈਪ ਹੀ ਨਹੀਂ ਪੈਣਾ, ਫਿਰ ਐਕਸਪੀਰੀਅੰਸ ਸਰਟੀਫਿਕੇਟ ਜਾਲੀ ਨਹੀਂ ਲੱਗਣਾ, ਫੰਡਸ ਦੇ ਸਰਟੀਫਿਕੇਟ ਜਾਲੀ। ਤੀਜਾ ਹੁੰਦਾ ਤੁਹਾਡੇ ਐਜੂਕੇਸ਼ਨ ਸਰਟੀਫਿਕੇਟ ਜਾਲੀ ਲਾਏ ਜਾਂਦੇ। ਠੀਕ ਹੈ। ਉਹ ਤਾਂ ਲਾਏ ਜਾਂਦੇ ਆ ਕਿਉਂਕਿ ਉਹਨਾਂ ਦਾ ਮਸਾਲਾ ਉਹ ਖਾਸ ਕੋਰਸਿਸ ਤੱਕ ਹੀ ਲਿਮਟਿਡ ਹੁੰਦਾ। ਠੀਕ ਹੈ। ਹੁਣ ਮੈਂ ਇਦਾਂ ਵੀ ਦੇਖਿਆ, ਕਿਸੇ ਕੁੜੀ ਨੇ BSc ਕੀਤੀ ਹੋਈ ਸੀ, MA ਇੰਗਲਿਸ਼ ਕੀਤੀ ਸੀ, ਚੱਕ ਕੇ ਉਹਦੀ MBA 'ਚ ਐਡਮਿਸ਼ਨ ਕਰਾਉਣੀ ਸੀ, ਉਹਦੀ BBA ਦੀ ਡਿਗਰੀ ਜਾਲੀ ਲਾਈ ਗਈ। ਕੀ ਬਾਤ ਹੈ। ਉਹ ਫੜ ਹੋ ਗਈ। ਠੀਕ ਹੈ। ਹੁਣ ਆਸਟ੍ਰੇਲੀਅਨ ਗਵਰਨਮੈਂਟ ਨੇ ਹੋਲਡ ਤਾਂ ਹੀ ਕੀਤੇ ਹੋਏ ਨੇ ਵੀਜ਼ਾਜ਼ ਵੀ ਆਹ ਜਿਹੜਾ ਹਰਿਆਣਾ ਬੋਰਡ ਆ, ਉਹਦੇ ਸਰਟੀਫਿਕੇਟ ਬੜੇ ਜਾਲੀ ਲੱਗੇ ਸੀ, ਕੁਝ ਯੂਨੀਵਰਸਿਟੀ ਸੀਗੇ, ਉਹ ਦੇਖਣਾ ਚਾਹੁੰਦੇ ਆ ਵੀ ਕਿੰਨੇ ਕੁ ਕੇਸਿਸ ਨੇ। ਡਰਨ ਦੀ ਲੋੜ ਨਹੀਂ ਹੈਗੀ, ਪਰ ਜਿਹੜੇ ਜੈਨੂਇਨ ਆ ਧੜਾ ਹੋਣੇ ਆ। ਹੁਣ ਨੇਪਾਲ ਦੇ ਵੀਜ਼ੇ ਆਟੋ ਗ੍ਰਾਂਟ ਨੇ, ਬੰਗਲਾਦੇਸ਼ ਤੋਂ ਵੀਜ਼ੇ ਲੱਗ ਰਹੇ ਆ, ਸ਼੍ਰੀਲੰਕਾ ਤੋਂ ਵੀਜ਼ੇ ਲੱਗ ਰਹੇ ਆ। ਮੈਂ ਜਿਹੜੀ ਦੱਸਣੀ ਗੱਲ ਚਾਹੁੰਦਾ ਸੀ, ਫੈਬਰਰੀ ਜਿਹੜੀ 2022 ਆ, ਜਿਹੜੀ ਇਹਦੇ ਵਿੱਚ ਆਸਟ੍ਰੇਲੀਆ ਨੇ ਇੱਕ ਨਵੀਂ ਪਾਲਿਸੀ ਲੈ ਕੇ ਆਂਦੀ ਹੈ, ਟਾਰਗੇਟ ਕਰਨਾ 2025 ਤੱਕ ਇੰਟਰਨੈਸ਼ਨਲ ਐਜੂਕੇਸ਼ਨ ਨੂੰ। ਉਹਦੇ ਵਿੱਚ ਡਿਵਰਸੀਫਿਕੇਸ਼ਨ ਇੱਕ ਮੇਨ ਪਾਰਟ ਆ। ਠੀਕ ਹੈ। ਡਿਵਰਸੀਫਿਕੇਸ਼ਨ ਦਾ ਮਤਲਬ 5 ਕੰਟਰੀ ਸੀ ਨਾ ਜਿਹੜੇ 72% ਸਟੂਡੈਂਟ ਉਹ 5 ਕੰਟਰੀਆਂ ਤੋਂ ਸੀ, ਚਾਈਨਾ, ਇੰਡੀਆ, ਮਲੇਸ਼ੀਆ, ਸਿੰਗਾਪੁਰ, ਵੀਅਤਨਾਮ, ਬਾਕੀ ਅਦਰਸ। ਹੁਣ ਦੇਖੋ ਤੁਸੀਂ ਵੀ 100 ਚੋਂ 72 ਤਾਂ ਇਹਨਾਂ 5 ਚੋਂ ਆ ਗਏ। ਉਹ ਕਹਿੰਦੇ ਨਾ, ਇਦਾਂ ਨਹੀਂ, ਥੋੜਾ ਜਿਹਾ ਵਧਾਓ, ਦਾਇਰਾ ਵਧਾਓ, ਨੇਪਾਲ ਉਹਨੂੰ ਥੋੜਾ ਜਿਹਾ ਵਧਾ ਲਓ, ਜਾਂ ਕੋਰੀਆ ਵਾਲੇ ਪਾਸੇ ਚਲੇ ਜਾਓ, ਜਾਂ ਯੂਰਪ ਵਾਲੇ ਪਾਸੇ ਚਲੇ ਜਾਓ, ਕਿਉਂਕਿ ਅਮਰੀਕਾ ਦੇ ਵਿੱਚ ਇਹ 60% ਸੀ। ਠੀਕ ਹੈ। ਉਹਨਾਂ ਦੀਆਂ ਟੌਪ 5। ਕੈਨੇਡਾ ਦੇ ਵਿੱਚ ਵੀ ਪਰਸੈਂਟੇਜ ਘੱਟ ਸੀ। ਹੁਣ ਉਹ ਡਿਵਰਸੀਫਿਕੇਸ਼ਨ ਤੇ ਲੋੜ ਆ। ਦੂਜੀ ਚੀਜ਼, ਉਹਨਾਂ ਨੇ ਟਾਰਗੇਟ ਕਰਨੇ ਆ ਆਸਟ੍ਰੇਲੀਅਨ ਸਕਿੱਲਸ। ਉੱਥੇ ਦਾ ਜਿਹੜਾ ਇੱਕ ਇੰਡਸਟਰੀ ਬਣੀ ਹੋਈ ਆ, ਉਹ ਕਹਿੰਦੇ 157 ਆਕੂਪੇਸ਼ਨ ਸਾਡੇ ਕੋਲ ਡਰਾਸਟਿਕਲੀ ਸ਼ਾਰਟ ਆ। ਜੀ, ਮੈਂ ਐਕਸਪੈਕਟ ਕਰਦਾ ਆਉਣ ਵਾਲੇ ਸਮੇਂ ਦੇ ਵਿੱਚ ਪਰਮਾਨੈਂਟ ਰੈਜ਼ੀਡੈਂਸੀ ਲਈ ਹੋਰ ਰਾਹ ਆਸਟ੍ਰੇਲੀਆ 'ਚ ਖੁੱਲਣਗੇ। ਠੀਕ ਹੈ। ਜਿਵੇਂ ਹੁਣ ਆਪਾਂ ਕਹਿੰਦੇ ਨਾ, ਸਿਵਲ ਇੰਜੀਨੀਅਰ ਪੱਕਾ ਹੋ ਜਾਂਦਾ, ਬ੍ਰਿਕਲੇਅਰ ਪੱਕਾ ਹੋ ਜਾਂਦਾ, ਇਲੈਕਟ੍ਰੀਸ਼ੀਅਨ ਪੱਕਾ ਹੋ ਜਾਂਦਾ, ਨਰਸ ਨੂੰ ਪੱਕਾ ਹੋਣਾ ਸੌਖਾ। ਇੱਕ ਗੱਲ ਲੜ ਬੰਨ ਲਓ, ਇਹ ਪੱਕੇ ਤਾਂ ਹੁੰਦੇ ਨੇ ਜੋਬ ਲੱਗਦੀ ਹੈ। ਠੀਕ ਹੈ ਜੀ, ਨਵਜੋਤ ਭਾਜੀ ਤੁਸੀਂ ਆਏ, ਜਾਣਕਾਰੀ ਦਿੱਤੀ, ਤੁਹਾਡਾ ਬਹੁਤ ਧੰਨਵਾਦ ਜੀ। ਬਹੁਤ ਬਹੁਤ ਸ਼ੁਕਰੀਆ ਜੀ। ਸੋ ਨਵਜੋਤ ਸਿੰਘ ਕੈਲੇ ਸਾਹਿਬ ਮੈਲਬਨ ਆਸਟ੍ਰੇਲੀਆ ਰਹਿੰਦੇ ਆ, ਕੈਨੇਡਾ ਆਏ ਹੋਏ ਸੀ ਕੁਝ ਦਿਨਾਂ ਦੇ ਲਈ। ਮੈਂ ਸੋਚਿਆ ਕਿ ਲਾਹਾ ਲੈ ਲਈਏ। ਤੁਹਾਨੂੰ ਪ੍ਰੋਗਰਾਮ ਕਿੱਦਾਂ ਦਾ ਲੱਗਾ ਤੁਸੀਂ ਟਿੱਪਣੀਆਂ ਜ਼ਰੂਰ ਕਰ ਦੇਣੀਆਂ,
ਕੋਈ ਸਵਾਲ ਤੁਹਾਡਾ ਹੋਵੇ ਇਸ ਬਾਬਤ, ਹੋਰ ਕੁਝ ਤੁਸੀਂ ਪੁੱਛਣਾ ਚਾਹੁੰਦੇ ਆ, ਉਹ ਵੀ ਟਿੱਪਣੀਆਂ ਦੇ ਰੂਪ 'ਚ, ਕਮੈਂਟਸ ਦੇ ਰੂਪ 'ਚ ਲਿਖ ਦਿਓ। ਇਹ ਜੀ ਉੱਥੇ ਆਸਟ੍ਰੇਲੀਆ ਚਲੇ ਵੀ ਗਿਆ, ਆਪਾਂ ਪ੍ਰੋਗਰਾਮ ਉੱਥੋਂ ਵੀ ਇਹਨਾਂ ਦੇ ਨਾਲ ਕਰ ਲੈਣਾ ਹੁੰਦਾ। ਉਮੀਦ ਹੈ ਕਿ ਕੁਝ ਨਾ ਕੁਝ ਜਾਣਕਾਰੀ ਜਿਹੜੀ ਆ ਉਹ ਜ਼ਰੂਰ ਮਿਲੀ ਹੋਏਗੀ। ਇੱਥੇ ਦਿਓ ਪਰਮਜੀਤ ਸਿੰਘ ਬਾਠ ਨੂੰ ਆ ਗਿਆ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।